10 ਮਹੀਨੇ ਤੋਂ ਭਾਰਤ ਦੇ ਵੱਡੇ ਜਿਹੜੇ ਨੇ ਆਲਮੋਸਟ 10 ਦੇ ਕਰੀਬ ਉਹਨਾਂ ਦੇ ਐਕਸ ਨੇਵੀ ਆਫਿਸਰ ਉਹ ਉਹਨਾਂ ਦੀ ਹਿਰਾਸਤ 'ਚ ਨੇ ਕਤਰ ਦੀ ਜੀ ਡੈਥ ਸੈਂਟੈਂਸ ਉਹਨਾਂ ਨੂੰ ਦੇਣ ਦਾ ਚਾਰਜ ਇਹ ਕਤਰੀ ਨੇਵੀ ਪਰਸਨਲ ਨੂੰ ਟ੍ਰੇਨਿੰਗ ਦੇ ਥੱਲੇ ਇਸ ਕੰਪਨੀ ਨਾਲ ਉਹਨੇ ਟਾਰਗੇਟ ਜਿਹੜਾ ਕੰਟਰੈਕਟ ਕੀਤਾ ਹੋਣਾ ਕਤਰ ਵਾਲਿਆਂ ਨੇ ਪਰ ਬੇਸਿਕਲੀ ਇਹ ਸਾਰੇ ਦੇ ਸਾਰੇ ਜਿਹੜੇ ਨੇਵਲ ਆਫਿਸਰ ਨੇ ਇਹ ਇਜ਼ਰਾਈਲ ਦੀ ਮੋਸਾਦ ਦੇ ਲਈ ਕੰਮ ਕਰਦੇ ਸੀ। ਇਹ ਜਿਹੜੇ 9-10 ਨੇਵੀ ਦੇ ਆਫਿਸਰ ਨੇ ਇੰਡੀਆ ਦੇ ਉਹ ਕੰਮ ਕਰ ਰਹੇ ਨੇ ਮੋਸਾਦ ਦੇ ਲਈ ਇਜ਼ਰਾਈਲ ਦੇ ਲਈ ਏਜੰਸੀਆਂ ਦੇ ਲਈ खुफिया जानकारी इकट्ठी कर रहे हैं। ये ऑपरेशन इंडिविजुअल तो नहीं है, इंडियन गवर्नमेंट का है। मिजोरम बीजेपी वाइस प्रेसिडेंट रिजाइंस सेज मणिपुर यूनियन गवर्नमेंट सपोर्टेड डिमोलिशन ऑफ चर्चिज नाल कुसंगी संग ना करिए कुल नू लाज ना लाइए हू तुमे मूल तरबूज ना हुंदे तोड़ मक्के ले जाइए हूँ कां दे बच्चे हंस न थींदे पे मोती चोग चुगाइए हूँ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 18 ਜੁਲਾਈ 2023 3 ਸਾਵਨ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਵੈਲਵਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਐਪਸਟੇਟ ਨਿਊਯਾਰਕ ਤੋਂ ਸਰਦਾਰ ਕਿਰਪਾਲ ਸਿੰਘ ਜੋਰਾ ਵੱਲੋਂ। ਸੋ ਇਹਨਾਂ ਨੇ TV84 ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਹੈ ਕਿ ਤੁਸੀਂ ਜੋ ਪ੍ਰੋਜੈਕਟ ਤੇ ਕੰਮ ਕਰ ਰਹੇ ਹੋ ਕੌਮ ਨੂੰ ਮੀਡੀਆ ਦੀ ਬਹੁਤ ਲੋੜ ਹੈ। ਉਮੀਦ ਕਰਦੇ ਹਾਂ ਕਿ TV84 ਹੋਰ ਬੁਲੰਦੀਆਂ ਛੋਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਕਿਰਪਾਲ ਸਿੰਘ ਜੋਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸਿਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਸਟੇਟ ਦੀਆਂ ਜਿਹੜੀਆਂ ਕਰਤੂਤਾਂ ਨੇ ਇੱਕ ਜਮਹੂਰੀ ਦੇਸ਼ ਵਾਲੀਆਂ ਨਾ ਹੋ ਕੇ ਇੱਕ ਰੋਗ ਸਟੇਟ ਵਾਲੀਆਂ ਹਨ। ਰੋਗ ਸਟੇਟ ਉਸ ਮੁਲਕ ਨੂੰ ਕਹਿੰਦੇ ਹਨ ਜਿੱਥੇ ਇੰਟਰਨੈਸ਼ਨਲ ਲਾਅ ਅਤੇ ਇਨਸਾਨੀ ਕਦਰਾਂ ਕੀਮਤਾਂ ਨੂੰ ਪੈਰਾਂ ਹੇਠ ਚੜਾਇਆ ਉਹ ਰੋਲਿਆ ਜਾਂਦਾ ਹੋਵੇ ਅਤੇ ਧੱਕੇ ਦਾ ਰਾਜ ਹੋਵੇ। ਸੋ ਸਾਡੇ UK ਤੋਂ ਜਿਹੜੇ ਵਿਊਅਰ ਸਵਿੰਦਰ ਸਿੰਘ ਜੋਰਾਂ ਨੇ ਸਾਨੂੰ ਭਾਰਤ ਦੇ ਰੋਗ ਨੇਸ਼ਨ ਹੋ ਜਿਹੜੀ ਸੰਬੰਧੀ ਹੈ ਦਲੀਲਾਂ ਦਿੱਤੀਆਂ ਨੇ ਪੇਸ਼ ਕੀਤੀਆਂ ਨੇ ਔਰ ਲਿਖਤਾਂ ਨੂੰ ਭੇਜੀਆਂ ਨੇ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ ਸਪਾਂਸਰਸ਼ਿਪ ਕਿਹਨਾਂ ਦੀ ਸੀ? ਸਰਦਾਰ ਕਿਰਪਾਲ ਸਿੰਘ ਜਰਾਂ ਦੀ। ਹਾਂ ਨਿਊਯਾਰਕ ਤੋਂ। ਹਾਂਜੀ ਨਿਊਯਾਰਕ ਅਪਸਟੇਟ ਨਿਊਯਾਰਕ ਤੋਂ। ਹਾਂ ਇਹ ਸਾਡੇ ਰੈਗੂਲਰ ਵਿਊਅਰ ਵੀ ਨੇ ਰੈਗੂਲਰ ਸਪਾਂਸਰ ਵੀ ਨੇ ਔਰ ਅਸੀਂ ਵੀਰ ਕਿਰਪਾਲ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿਉਂਕਿ ਇਹੀ ਸਾਡੇ ਵੀਰ ਅਸਲ ਦੇ ਵਿੱਚ ਜੇ ਅੱਜ TV84 ਰਾਹੀਂ ਜਾਂ ਇਸ ਸੱਚੋ ਸੱਚ ਦੇ ਪਲੇਟਫਾਰਮ ਰਾਹੀਂ ਲੱਖਾਂ ਲੋਕਾਂ ਤੱਕ ਸੱਚ ਹੱਕ ਇਨਸਾਫ ਦਾ ਸੁਨੇਹਾ ਪਹੁੰਚਦਾ ਹੈ ਤੇ ਇਹ ਸਾਡੇ ਇਹਨਾਂ ਵੀਰਾਂ ਭੈਣਾਂ ਦੀ ਬਦੌਲਤ ਹੀ ਹੈ ਜਿਹੜੇ ਬੜੇ ਜੈਨਰਸਲੀ ਡੋਨੇਟ ਕਰਦੇ ਨੇ ਕਿਉਂਕਿ ਇਹ ਬਿਗ ਬਜਟ ਪ੍ਰੋਜੈਕਟ ਹੈ ਔਰ ਜਦੋਂ ਤੁਸੀਂ
ਸਿਧਾਂਤਕ ਲੀਹਾਂ ਦੇ ਉੱਤੇ ਕਿਸੇ ਪ੍ਰੋਗਰਾਮ ਨੂੰ ਰਨ ਕਰਦੇ ਹੋ ਜਾਂ ਕਿਸੇ ਟੀਵੀ ਨੂੰ ਰਨ ਕਰਦੇ ਹੋ, ਇੱਕ ਤਾਂ ਦਰਬਾਰੀ ਮੀਡੀਆ ਹੁੰਦਾ ਹੈ ਜਿਹੜਾ ਸਰਕਾਰੀ ਬੋਲੀ ਬੋਲਦਾ ਹੈ, ਬਿਲਕੁਲ ਇੱਕ ਉਹ ਨੇ ਜਿਨ੍ਹਾਂ ਨੇ ਸਿਰਫ ਤੇ ਸਿਰਫ ਵਪਾਰਕ ਹਿੱਤਾਂ ਨੂੰ ਸਾਹਮਣੇ ਰੱਖਣਾ ਹੈ। ਉਹਨਾਂ ਦੇ ਲਈ ਕੋਈ اخلاق, ਕੋਈ ਕੌਮੀ ਡਿਸਪਲਿਨ ਜਾਂ ਕੌਮੀ ਹਿੱਤ ਮੈਟਰ ਨਹੀਂ ਕਰਦੇ ਜੀ। ਔਰ ਉਹਨਾਂ ਨੂੰ ਵੀ ਜਿਹੜਾ ਇਸ ਲਈ ਉਹਨਾਂ ਨੇ ਸਰਵਾਈਵ ਕਰਨਾ ਹੁੰਦਾ ਹੈ ਕਿ ਉਹਨਾਂ ਦਾ ਮਾਡਲ ਹੀ ਬਿਜ਼ਨਸ ਮਾਡਲ ਹੁੰਦਾ ਹੈ ਔਰ ਉਹਨਾਂ ਨੇ ਉਸ ਕਿਸਮ ਦੇ ਬਿਜ਼ਨਸਮੈਨਾਂ ਦੀ ਝੂਠੀ ਖਿਦਮਤ, ਝੂਠੀ ਤਾਰੀਫ ਜਾਂ ਉਹਨਾਂ ਦੇ ਕਸੀਦੇ ਪੜ੍ਹ ਕੇ ਜਿਹੜਾ ਹੈ ਉਹਨਾਂ ਤੋਂ ਬਟੋਰਨਾ ਹੁੰਦਾ ਹੈ ਤੇ ਲੈ ਦੇ ਕੇ ਜਿਹੜੇ ਸਾਡੇ ਵਰਗੇ ਲੋਕ ਰਹਿ ਜਾਂਦੇ ਨੇ ਜਿਹੜੇ ਸਿਰਫ ਤੇ ਸਿਰਫ ਸਿਧਾਂਤਕ ਗੱਲ ਕਰਦੇ ਨੇ, ਉਹਨਾਂ ਨੂੰ ਵੀ ਬਹੁਤ ਵਾਰ ਜੇ ਅਸੀਂ ਈਵਨ ਗੁਰਦੁਆਰਾ ਮੈਨੇਜਮੈਂਟਾਂ ਜਾਂ ਧਨਾੜ ਸਿੱਖਾਂ ਦੇ ਨੁਕਤੇ ਤੋਂ ਦੇਖੀਏ, ਉਹਨਾਂ ਨੂੰ ਤਾਂ ਵੈਸੇ ਹੀ ਕਰੰਟ ਵੱਜਦਾ ਹੈ ਜਦੋਂ ਕੋਈ ਖਾਲਿਸਤਾਨ ਤਾਂ ਦੂਰ ਦੀ ਗੱਲ ਉਹਨਾਂ ਦੇ ਲਈ, ਤਾਂ ਜੇ ਉਹਨਾਂ ਨੂੰ ਇਹ ਨਜ਼ਰ ਆਏ ਵੀ ਇਸ ਚੋਂ ਜਿਹੜੀ ਹੈ ਉਹ ਹੱਕੀ ਗੱਲ ਨਿਕਲਣੀ ਹੈ ਜਾਂ ਸੱਚੀ ਗੱਲ ਨਿਕਲਣੀ ਹੈ, ਉਹ ਤਾਂ ਉਸ ਨੂੰ ਵੀ ਟੋਲਰੇਟ ਕਰਨ ਨੂੰ ਤਿਆਰ ਨਹੀਂ। ਫਿਰ ਸਾਡੇ ਹੱਥ ਤਾਂ ਫਿਰ ਗੁਰੂ ਦੇ ਅੱਗੇ ਜੁੜਦੇ ਨੇ ਤੇ ਗੁਰੂ ਆਪਣੇ ਪਿਆਰਿਆਂ ਦੇ ਉੱਤੇ ਰਹਿਮਤ ਕਰਕੇ, ਮਿਹਰ ਕਰਕੇ ਜਿਹੜਾ ਹੈ ਇਸ ਪਾਸੇ ਉਹਨਾਂ ਨੂੰ ਤੋਰਦੇ ਨੇ। ਸੋ ਅਸੀਂ ਵੀਰ ਕਿਰਪਾਲ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਆਮ ਤੌਰ ਤੇ ਸਾਡਾ ਓਪਨਿੰਗ ਸੈਗਮੈਂਟ ਜਿਹੜੀਆਂ ਘਟਨਾਵਾਂ 24 ਘੰਟੇ ਦੇ ਵਿੱਚ ਵਾਪਰੀਆਂ ਹੁੰਦੀਆਂ ਉਹਨਾਂ 'ਚ ਜਿਹੜੀ ਕੋਈ ਬਹੁਤ ਅਹਿਮੀਅਤ ਵਾਲੀ ਹੁੰਦੀ ਹੈ ਉਸ ਨਾਲ ਸ਼ੁਰੂ ਹੁੰਦਾ ਹੈ। ਲੇਕਿਨ ਅੱਜ ਅਸੀਂ ਇਸ ਨੂੰ ਸਾਡੇ ਵੀਰ ਸਵਿੰਦਰ ਸਿੰਘ ਥਾਂਦੀ ਜਿਹੜੇ ਯੂਕੇ ਤੋਂ ਸਾਡੇ ਨਾਲ ਲਗਾਤਾਰਤਾ ਦੇ ਨਾਲ ਜੁੜੇ ਹੋਏ ਨੇ ਔਰ ਬੜੀ ਕ੍ਰੀਏਟਿਵ ਥਿੰਕਿੰਗ ਹੈ ਉਹਨਾਂ ਦੀ, ਰਿਸਰਚ ਮਾਈਂਡ ਹੈ ਔਰ ਭਾਰਤੀ ਸਟੇਟ ਔਰ ਉਸ ਦੇ ਅੰਦਰ ਕੀ ਚੱਲ ਰਿਹਾ ਹੈ, ਦੁਨੀਆ ਦੇ ਵਿੱਚ ਕੀ ਚੱਲ ਰਿਹਾ ਤੇ ਸਿੱਖ ਕੌਮ ਨੂੰ ਆਪਣੀ ਕੌਮੀ ਆਜ਼ਾਦੀ ਦੇ ਲਈ ਕੀ ਕਰਨ ਦੀ ਲੋੜ ਹੈ, ਇਹਨਾਂ ਬਾਰੇ ਉਹਨਾਂ ਦੀ ਪੂਰੀ ਸਪਸ਼ਟਤਾ ਹੈ। ਸੋ ਉਹਨਾਂ ਦੀ ਲਿਖਤ ਸਾਨੂੰ ਹਾਲਮਾਰਕਸ ਆਫ ਏ ਰੋਗ ਨੇਸ਼ਨ ਇਹ ਜਿਹੜੀ ਹੈ ਆਈ ਹੈ, ਅਸੀਂ ਇਸ ਦੇ ਉੱਤੇ ਹੀ ਗੱਲ ਕਰਾਂਗੇ। ਪਰ ਕਿਉਂਕਿ ਇਹ ਆਪਣੇ ਆਪ 'ਚ ਸਿਰਫ ਉਹਨਾਂ ਦੇ ਵਿਚਾਰ ਨਹੀਂ ਨੇ, ਇਹਦੇ 'ਚ ਬਹੁਤ ਅਹਿਮ ਸਟੋਰੀ ਜੁੜੀ ਹੋਈ ਹੈ ਜਿਸ ਕਰਕੇ ਇਹਨੂੰ ਮੈਂ ਐਜ਼ ਏ ਲੀਡ ਸੈਗਮੈਂਟ ਵੀ ਲਿਆ। ਇਹ ਉਹ ਸਟੋਰੀ ਜਿਹੜੀ ਡਿਵੈਲਪ ਤਾਂ ਪਿਛਲੇ 10-11 ਮਹੀਨੇ ਤੋਂ ਹੋ ਰਹੀ ਸੀ, ਲੇਕਿਨ ਕਿਉਂਕਿ ਦਰਬਾਰੀ ਮੀਡੀਆ ਹੋਏ ਜਾਂ ਅਦਰਵਾਈਜ਼ ਵੀ ਜਿਨ੍ਹਾਂ ਨੂੰ ਇੱਧਰ ਉੱਧਰ ਝੂਠੀਆਂ ਖਬਰਾਂ ਘੜਨ ਦਾ ਸ਼ੌਕ ਹੈ, ਉਹ ਸੱਚ ਵੱਲ ਤਾਂ ਉਹਨਾਂ ਦਾ ਜਾਣ ਦੀ ਨੀਅਤ ਹੀ ਨਹੀਂ ਹੁੰਦੀ ਕਦੇ ਵੀ। ਔਰ ਇਹ ਜਦੋਂ ਅਸੀਂ ਇਹ ਵੀ ਦੇਖਦੇ ਰਹੇ ਪਿਛਲੇ ਪੀਰੀਅਡ 'ਚ ਕਿ ਜੀ ਜੇ ਇਜ਼ਰਾਈਲ ਨੇ ਭਾਰਤ ਦੇ ਨਾਲ ਬਹੁਤ ਚੰਗੇ ਸਬੰਧਾਂ ਦੀ ਗੱਲ ਕੀਤੀ ਤੇ ਉਸ ਸਬੰਧਾਂ ਦੀ ਗੱਲ ਆਮ ਤੌਰ 'ਤੇ ਇਹੀ ਦੇਖਿਆ ਜਾਂਦਾ ਹੈ ਕਿ ਭਾਈ 5-6 ਬਿਲੀਅਨ ਡਾਲਰ ਦੇ ਹਥਿਆਰ ਭਾਰਤ ਖਰੀਦਣ ਲੱਗ ਗਿਆ ਇਜ਼ਰਾਈਲ ਤੋਂ ਔਰ ਸ਼ਾਇਦ ਉਸੇ ਲਈ ਇਜ਼ਰਾਈਲ ਨੇ ਫੇਵਰ ਕੀਤੀ ਫਿਰ ਉਸ ਕਿਸਮ ਦਾ ਸਪਾਈ ਮਾਲਵੇਅਰ ਪੈਗਾਸਸ ਜਿਹਦੇ ਰਾਹੀਂ ਤੁਸੀਂ ਜਿਹਦੇ ਮਰਜ਼ੀ ਫੋਨ 'ਚ ਵੜ ਜਾਓ, ਜਿਹਦੇ ਮਰਜ਼ੀ ਬੈਡਰੂਮ 'ਚ ਵੜ ਜਾਓ, ਉਹਦੀ ਵੀਡੀਓਗ੍ਰਾਫੀ ਵੀ ਹੋ ਰਹੀ ਹੈ, ਉਹਦੀ ਰਿਕਾਰਡਿੰਗ ਵੀ ਹੋ ਰਹੀ ਹੈ, ਕੋਈ ਇਨ ਪਰਸਨ ਜਾਣ ਦੀ ਵੀ ਲੋੜ ਨਹੀਂ ਹੈ। ਔਰ ਉਹ ਸਿਰਫ ਤੇ ਸਿਰਫ 1-2 ਕੰਪਨੀਆਂ ਦੇ ਕੋਲ ਜ਼ਾਹਰ ਹੈ ਮੋਸਾਦ ਦਾ ਇਹ ਪ੍ਰੋਡਕਟ ਹੈ, ਇਜ਼ਰਾਈਲੀ ਖੁਫੀਆ ਏਜੰਸੀ ਦਾ। ਔਰ ਉਸ ਚੋਂ ਅਸੀਂ ਇਹ ਦੇਖਿਆ ਕਿ ਵੀ ਇਹ ਜਿਹੜੀ ਭਾਰਤ ਨੂੰ ਖਾਸ ਤੌਰ ਤੇ ਪੈਗਾਸਸ ਦੇਣਾ ਹੈ ਉਹਨਾਂ ਦਾ, ਔਰ ਉਸ ਲੈਵਲ ਦੀ ਡੀਲ ਜਿਹਨੂੰ ਸੁਪਰੀਮ ਕੋਰਟ ਸਾਹਮਣੇ ਵੀ ਜਦੋਂ ਇਹ ਕੇਸ ਲੱਗਦਾ ਹੈ ਤੇ ਉਹ ਵੀ ਉਸ ਨੂੰ ਖੁਰਦ-ਬੁਰਦ ਕਰਨ ਤੱਕ ਜਾਂਦਾ ਹੈ ਵੀ ਐਸੀ ਕੀ ਰੀਜ਼ਨਿੰਗ ਹੈ ਕਿ ਇਜ਼ਰਾਈਲ ਇੰਨਾ ਜਿਹੜਾ ਭਾਰਤ ਦੇ ਉੱਤੇ ਜਿਹੜਾ ਉਹ ਮਿਹਰਬਾਨ ਹੋਇਆ ਹੋਇਆ। ਫਿਰ ਅਸੀਂ ਜਦੋਂ ਇਹ ਦੇਖਿਆ ਕਿ ਭਾਈ ਕੱਲ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਜੋ ਇਹਨਾਂ ਨੇ ਆਦਿੱਤਿਆਨਾਥ ਯੋਗੀ ਨੇ ਬੁਲਡੋਜ਼ਰ ਨੂੰ ਇਸਤੇਮਾਲ ਕਰਕੇ ਜੋ ਹਾਲ ਉੱਥੇ ਗਰੀਬ ਮੁਸਲਮਾਨਾਂ ਦਾ ਜਾਂ ਜਿਹੜੇ ਥੋੜੇ ਬਹੁਤ ਖਾਂਦੇ ਪੀਂਦੇ ਜਾਂ ਬਾਰਸੂ ਸੀ ਉਹਨਾਂ ਦੇ ਘਰਾਂ ਨੂੰ ਬੁਲਡੋਜ਼ ਕਰ ਦੇਣਾ, ਉਹਨਾਂ ਦੇ ਕਾਰੋਬਾਰੀ ਸੰਸਥਾਨਾਂ ਨੂੰ ਡਿਸਟਰੋਏ ਕਰਨਾ। ਫਿਰ ਇਹ ਜ਼ਾਹਰ ਹੈ ਕਿ ਮੋਸਾਦ ਦੀ ਟ੍ਰੇਨਿੰਗ ਦੇ ਥੱਲੇ ਉਹ ਜਿਵੇਂ ਬੁਲਡੋਜ਼ ਕਰਦੇ ਨੇ ਫਲਸਤੀਨੀਆਂ ਦੇ ਘਰਾਂ ਨੂੰ, ਵੈਸਟ ਬੈਂਕ, ਗਾਜ਼ਾ, ਔਰ ਟੋਟਲ ਡਿਸਟਰਕਸ਼ਨ ਘਰਾਂ ਦੀ ਤਬਾਹੀ। ਫਿਰ ਅਸੀਂ ਇਹ ਦੇਖਿਆ ਕਿ ਜੋ ਇਹਨਾਂ ਨੇ ਡਾਇਰੈਕਟ ਜਿਹੜਾ ਕੰਮ ਰੋਗ ਸਟੇਟ ਕਰਦੀ ਹੈ, ਜਦੋਂ ਅਸੀਂ ਰੋਗ ਲਫ਼ਜ਼ ਦਾ ਨੂੰ ਤੁਸੀਂ ਹਿੰਦੀ ਜਾਂ ਪੰਜਾਬੀ ਦੇ ਲਈ ਉਸ ਦੇ ਅਰਥ ਪਾਓਗੇ ਤਾਂ ਉਸ ਨੂੰ ਧੂਰਤ ਨੇਸ਼ਨ ਕਹਿਣਗੇ। ਹੁਣ ਬਹੁਤਿਆਂ ਨੂੰ ਇਹ ਵੀ ਨਹੀਂ ਹੋਣਾ ਵੀ ਧੂਰਤ ਕੀ ਹੁੰਦਾ। ਹੁਣ ਇੱਕ ਪਾਸੇ ਜਿਹੜੀ ਕੋਈ ਸਟੇਟ ਬਾਈ ਲਾਅ ਰਨ ਹੁੰਦੀ ਹੈ ਉਸ ਨੂੰ ਅਸੀਂ UN ਚਾਰਟਰ ਦੇ ਥੱਲੇ ਗਵਰਨਡ ਜਾਂ ਇੰਟਰਨੈਸ਼ਨਲ ਲਾਅ ਦੇ ਥੱਲੇ ਗਵਰਨਡ ਸਟੇਟ ਕਹਿੰਦੇ। ਪਰ ਜਿੱਥੇ ਧੱਕੇ ਦਾ ਰਾਜ ਹੋਏ, ਜਿੱਥੇ ਕੋਈ ਹਿਊਮਨ ਰਾਈਟਸ ਤਾਂ ਦੂਰ ਦੀ ਗੱਲ, ਈਵਨ ਲੋਕਾਂ ਦੇ ਕੋਈ ਮੁੱਢਲੇ ਹੱਕ ਨਾ ਹੋਣ, ਪਾਵਰ ਇੱਕ ਥਾਂ ਸੈਂਟਰਡ ਹੋਏ,
ਔਰ ਉਹ ਜਿਹਨੂੰ ਮਰਜ਼ੀ ਜਦੋਂ ਮਰਜ਼ੀ ਜਿਸ ਕਿਸਮ ਦੀ ਮਰਜ਼ੀ ਸਜ਼ਾ ਦੇ ਦੇਣ, ਜਿਹਨੂੰ ਮਰਜ਼ੀ ਚੁਕਾ ਦੇਣ, ਜਿਹਨੂੰ ਮਰਜ਼ੀ ਜੇਲ੍ਹਾਂ ਦੇ ਅੰਦਰ ਡੱਕ ਦੇਣ। ਇੱਕ ਪਾਸੇ ਤਾਂ ਆਈਡੀਓਲੋਜੀਕਲੀ ਹੈ, ਜਿਵੇਂ ਜਦੋਂ ਅਸੀਂ ਕਮਿਊਨਿਜ਼ਮ ਦੀ ਗੱਲ ਕਰਦੇ ਹਾਂ ਸੋ ਜ਼ਾਹਿਰ ਹੈ ਕਿ ਕਮਿਊਨਿਸਟ ਰਜੀਮ ਉਹ ਸੋਵੀਅਤ ਯੂਨੀਅਨ ਸੀ ਜਾਂ ਅੱਜ ਰਸ਼ੀਆ ਹੈ ਜਾਂ ਈਵਨ ਚਾਈਨਾ ਦੇ ਹਵਾਲੇ ਨਾਲ ਵੀ ਭਾਵੇਂ ਉਹਨਾਂ ਦੀ ਇਕੋਨਮੀ ਉਹ ਖੁੱਲ੍ਹੀ ਹੈ, ਉਹਨਾਂ ਨੇ ਵਰਲਡ ਦੇ ਵਿੱਚ ਆਪਣਾ ਜਿਹੜਾ ਹੈ ਉਹ ਉਹਦਾ ਲੁਤਫ ਉਠਾਇਆ ਵਰਲਡ ਦੀ ਫਰੀडम ਆਫ ਦਾ ਇਕੋਨਮੀ ਦਾ। ਪਰ ਤੁਸੀਂ ਅੱਜ ਵੀ ਚਾਈਨੀਜ਼ ਸਟੇਟ ਦਾ ਇੰਟਰਨਲ ਸਟਰਕਚਰ ਦੇਖੋਗੇ, ਉੱਥੇ ਕੀ ਹੁੰਦਾ ਹੈ ਕੀ ਨਹੀਂ ਹੁੰਦਾ, ਉਹ ਇੱਕ ਬਿਲਕੁਲ ਕਲੋਜ਼ਡ ਸਟੇਟ, ਇੱਕ ਡਿਕਟੇਟਰ ਵਾਲੀ ਸਟੇਟ ਵਾਂਗ ਹੈ। ਹੁਣ ਜਿਵੇਂ ਅੱਜ ਹੀ ਖਬਰ ਚੱਲ ਰਹੀ ਸੀ ਕਿ ਪਿਛਲੇ 3 ਹਫ਼ਤੇ ਤੋਂ ਚਾਈਨਾ ਦੇ ਫੋਰਨ ਮਿਨਿਸਟਰ ਦਾ ਉਹ ਕਿਸੇ ਮੀਟਿੰਗ 'ਚ ਨਹੀਂ ਆਇਆ, ਕਿਸੇ ਸਮਿਟ 'ਤੇ ਨਹੀਂ ਆਇਆ, ਔਰ ਪਹਿਲੇ ਦਿਨ ਸੀ ਕਿ ਜੀ ਉਹ ਡਿਊ ਟੂ ਹੈਲਥ ਰੀਜ਼ਨਸ ਹੁਣ ਉਹ ਵੀ ਗਾਇਬ ਕਰ ਦਿੱਤਾ। ਸੋ ਉੱਥੇ ਇਹ ਕੋਈ ਪਤਾ ਨਹੀਂ ਲੱਗਦਾ ਹੈ ਕਿ ਕਦੋਂ ਕਿਹਨੂੰ ਗਾਇਬ ਕਰਨਾ ਹੈ। ਈਵਨ ਕਿਸੇ ਦੀ ਪਰਸਨਲ ਡਿਟੇਲ ਕਿ ਕੌਣ ਕੀ ਹੈ ਕਿਸੇ ਤੱਕ ਨਹੀਂ ਪਹੁੰਚਦੀ, ਬਾਅਦ 'ਚ ਹੀ ਪਤਾ ਲੱਗਦਾ ਕਿ ਜੀ ਉਹ ਰਿਮੂਵ ਹੋ ਗਿਆ ਤੇ ਨਵਾਂ ਆ ਗਿਆ। ਸੋ ਜ਼ਾਹਿਰ ਹੈ ਕਿ ਵੀ ਜਿੱਥੇ ਚਾਈਨਾ ਵਰਗੀ ਸਟੇਟ ਕਮਿਊਨਿਜ਼ਮ ਦੀ ਆਈਡੀਓਲੋਜੀ ਨੂੰ ਪਰਨਾਈ ਹੋਈ ਹੈ, ਉੱਥੇ ਦੂਸਰੇ ਪਾਸੇ ਜਿਹੜੇ ਸਮਾਜਿਕ ਔਰ ਉਹਨਾਂ ਦੇ ਕਾਨੂੰਨੀ ਹੱਕ ਨੇ ਉਹ ਅਲਟੀਮੇਟਲੀ ਡਿਸਾਈਡ ਸਟੇਟ ਕਰਦੀ ਆ। ਉੱਥੇ ਤੁਸੀਂ ਫਰੀडम ਆਫ ਐਕਸਪ੍ਰੈਸ਼ਨ ਕਹੋ ਜਾਂ ਉੱਥੇ ਤੁਸੀਂ ਫਰੀडम ਟੂ ਐਕਸਪ੍ਰੈਸ ਆਪਣਾ ਫੇਥ ਪ੍ਰੈਕਟਿਸ ਕਰਨਾ ਕੋਈ ਨਹੀਂ ਹੁੰਦਾ। ਲੇਕਿਨ ਜਦੋਂ ਅਸੀਂ ਕਿਸੇ ਮੁਲਕ ਦੇ ਨਾਲ ਲਫ਼ਜ਼ ਡੈਮੋਕ੍ਰੇਸੀ ਲਾ ਦਿੰਦੇ, ਹੁਣ ਚਾਈਨਾ ਨੇ ਤਾਂ ਕਦੇ ਕਲੇਮ ਨਹੀਂ ਕੀਤਾ ਵੀ ਉਹ ਡੈਮੋਕ੍ਰੇਸੀ ਹੈ। ਉਹਨਾਂ ਦੀ ਜੋ ਆਈਡੀਓਲੋਜੀ ਹੈ ਉਹ ਆਪਣੀ ਉਹ ਆਈਡੀਓਲੋਜੀ ਕਮਿਊਨਿਜ਼ਮ, ਫ੍ਰੀ ਇਕੋਨਮੀ ਔਰ ਆਪਣੀ ਟ੍ਰੈਡੀਸ਼ਨ ਜਾਂ ਪਰੰਪਰਾ ਉਹਨਾਂ ਦੇ ਕੰਬੀਨੇਸ਼ਨ 'ਚੋਂ ਜੋ ਵੀ ਮਾਡਲ ਉਹਨਾਂ ਨੇ ਕੱਢਿਆ ਹੋਇਆ ਉਹ ਉਸ ਨੂੰ ਇੰਪਲੀਮੈਂਟ ਕਰਦੇ ਨੇ। ਉਹ ਇਹ ਕਲੇਮ ਨਹੀਂ ਕਰਦੇ ਵੀ ਉਹ ਜਮਹੂਰੀਅਤ ਹੈ। ਇਸੇ ਤਰ੍ਹਾਂ ਜੇ ਪੁਤਿਨ ਦੇ ਹਵਾਲੇ ਨਾਲ ਗੱਲ ਕਰੀਏ, ਸੋਵੀਅਤ ਯੂਨੀਅਨ ਨੇ ਕੀ ਕੀਤਾ, ਸਟਾਲਿਨ, ਖਰੁਸ਼ਚੇਵ, ਗੋਰਬਾਚੋਵ ਤੱਕ ਪਹੁੰਚਦੇ ਆ, ਪਰ ਪੁਤਿਨ ਨੇ ਵੀ ਕਦੇ ਕਲੇਮ ਨਹੀਂ ਕੀਤਾ ਕਿ ਰਸ਼ੀਆ ਡੈਮੋਕ੍ਰੇਸੀ। ਹੁਣ ਜਦੋਂ ਇਹ ਸਵਾਲ ਕਿਤੇ ਉੱਠਦਾ ਹੈ ਕਿ ਵੀ ਜਿਹੜੀ ਇੱਕ ਲੇਬਲਿੰਗ ਡੈਮੋਕ੍ਰੇਸੀ ਦੀ ਹੈ, ਔਰ ਠੀਕ ਉਵੇਂ ਹੀ ਜਦੋਂ ਅਸੀਂ ਮੌਜੂਦਾ ਭਾਰਤ ਨੂੰ 1930 ਦੇ ਜਰਮਨੀ ਨਾਲ ਕੰਪੇਅਰ ਕਰਦੇ ਹਾਂ ਤੇ ਫਿਰ ਜਰਮਨੀ ਦਾ ਤੁਸੀਂ ਉਦੋਂ ਨਾਂ ਦੇਖੋ, ਸੋਸ਼ਲਿਸਟ ਰਿਪਬਲਿਕ ਆਫ ਜਰਮਨੀ। ਉਹ ਜਰਮਨੀ ਜਿਹੜਾ ਸਮਾਜਵਾਦ ਸੋਸ਼ਲਿਜ਼ਮ ਦੇ ਨਾਲ ਵੀ ਜੁੜਿਆ ਹੋਇਆ ਔਰ ਵੋਟਾਂ ਦਾ ਸਿਸਟਮ ਵੀ ਸੀ। ਹੁਣ ਹਿਟਲਰ ਨੇ ਕੋਈ ਕੂ ਕਰਕੇ ਤਾਂ ਪੋਲੀਟੀਕਲ ਪਾਵਰ ਨਹੀਂ ਸੀ ਲਈ, ਉਹਨੇ ਪਾਰਟੀ ਬਣਾਈ, ਪਹਿਲਾਂ ਘੱਟ ਸੀਟਾਂ ਮਿਲੀਆਂ, ਨਾਜ਼ੀ ਪਾਰਟੀ ਉਹਦੀ ਸੀ, ਉਹਦੀ ਆਈਡੀਓਲੋਜੀ ਉਹਨਾਂ ਨੇ ਪ੍ਰਮੋਟ ਕੀਤੀ ਨਾਜ਼ੀ ਪਾਰਟੀ ਦੀ, 1 ਨੇਸ਼ਨ 1 ਰੇਸ 1 ਪੀਪਲ। ਪ੍ਰੋਪੇਗੈਂਡੇ ਦਾ ਉਹਨਾਂ ਨੇ ਪੂਰਾ ਸਹਾਰਾ ਲਿਆ ਲੋਕਾਂ ਤੱਕ ਪਹੁੰਚਣ ਲਈ ਕਿ ਜੀ ਜੋ ਜਰਮਨ ਕਿੰਨਾ ਐਡਵਾਂਸ ਔਰ ਅਸੀਂ ਕਿੰਨੇ ਸੁਪੀਰੀਅਰ ਰੇਸ ਸੀ, ਅਸੀਂ ਕਿੱਥੇ ਆ ਕੇ ਡਿੱਗ ਪਏ ਹਾਂ, ਇਹਦਾ ਕੌਣ ਜ਼ਿੰਮੇਵਾਰ ਹੈ, ਉਹ ਯਹੂਦੀਆਂ ਨੂੰ ਬਣਾਇਆ ਹੋਏ ਜਾਂ ਜਿਪਸੀਆਂ ਨੂੰ ਬਣਾਇਆ ਹੋਏ ਜਾਂ ਹੋਰ ਕਾਰਨ। ਪਰ ਉਹ ਪੋਲੀਟੀਕਲ ਕੈਂਪੇਨਿੰਗ ਸੀ ਔਰ ਇਵੈਂਚੁਅਲੀ ਉਹਨਾਂ ਨੇ ਫਾਈਨਲੀ ਪਾਵਰ ਗ੍ਰੈਬ ਕਰਨ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਵੀ ਉਹਨਾਂ ਨੇ ਕਿਵੇਂ ਜਿਹੜਾ ਰੈਕਟੈਕ ਉਹਨਾਂ ਦਾ ਰਾਈਟ ਸ਼ਾਇਦ ਉਹਦਾ ਜਿਹੜੀ ਪਾਰਲੀਮੈਂਟ ਬਿਲਡਿੰਗ ਸੀ ਉਹਨੂੰ ਅੱਗ ਲਵਾ ਕੇ ਉਹਨੂੰ ਕਮਿਊਨਿਸਟਾਂ ਦੇ ਖਾਤੇ 'ਚ ਪਾਇਆ। ਕੰਮ ਕਰਨ ਵਾਲੇ ਉਹ ਸੀ, ਫਿਰ ਪ੍ਰਚਾਰਿਆ ਗਿਆ। ਠੀਕ ਜੇ ਤੁਸੀਂ ਉਸ ਪੈਟਰਨ ਨੂੰ ਦੇਖੋਗੇ ਕਿ RSS ਨੇ ਕਿਵੇਂ ਭਾਰਤੀ ਜਨਸੰਘ ਤੋਂ BJP ਤੱਕ ਪਹੁੰਚਣ ਦਾ ਸਫ਼ਰ ਤੈਅ ਕੀਤਾ ਔਰ 3 ਵਾਰ ਭਾਰਤ ਦੇ ਵਿੱਚ RSS ਦੇ ਬੈਨ ਹੋਣ ਦੇ ਬਾਵਜੂਦ 2014 ਦੇ ਵਿੱਚ ਮੋਦੀ ਦੀ ਪਾਰਟੀ ਦਾ BJP ਦਾ ਸੱਤਾ ਦੇ ਵਿੱਚ ਆਣਾ ਔਰ 2019 ਦੇ ਵਿੱਚ ਦੁਬਾਰਾ ਸੱਤਾ 'ਚ ਆਉਣ ਲਈ ਉਹਨਾਂ ਦੇ ਆਪਣੇ ਹੀ ਸਤਪਾਲ ਮਲਿਕ ਗਵਰਨਰ ਦੇ ਕਹਿਣ ਮੁਤਾਬਕ ਜੋ ਫਿਰ ਉਹਨਾਂ ਨੇ ਪੁਲਵਾਮਾ ਦਾ ਡਰਾਮਾ ਕੀਤਾ, ਨੌਟੰਕੀ ਕੀਤੀ, ਉਹਨੂੰ ਫਿਰ ਕਿਵੇਂ ਪ੍ਰਚਾਰਿਆ ਗਿਆ। ਸੋ ਐਗਜ਼ੈਕਟਲੀ ਇਹੀ ਕੁਛ ਨਾਜ਼ੀਆਂ ਨੇ ਉਹਨਾਂ ਆਪਣੀ ਪਾਰਲੀਮੈਂਟ ਬਿਲਡਿੰਗ ਨੂੰ ਸਾੜ ਕੇ ਕਮਿਊਨਿਸਟਾਂ ਦੇ ਉੱਤੇ ਦਬਾਅ ਬਣਾ ਕੇ ਫਿਰ ਐਲੀਮੀਨੇਸ਼ਨ ਉਹਨਾਂ ਨੇ ਕਮਿਊਨਿਸਟਾਂ ਦੀ ਵੀ ਕੀਤੀ, ਸੋਸ਼ਲਿਸਟ ਵੀ ਕੀਤੀ, ਸਿਵਲ ਲਿਬਰਟੇਰੀਅਨਸ ਦੀ ਵੀ ਕੀਤੀ ਔਰ ਜਿਹੜੀ ਹੈ ਯਹੂਦੀਆਂ ਦੀ ਤਾਂ ਕੀਤੀ, ਜਿਪਸੀਆਂ ਦੀ ਵੀ ਕੀਤੀ। ਹੁਣ ਅੱਜ ਅਸੀਂ ਜਦੋਂ ਦੇਖਦੇ ਹਾਂ ਤਾਂ ਉਦੋਂ ਹੁੰਦਾ ਕਿ ਵੀ ਇਹ ਜੋ ਕੁਝ ਜਰਮਨੀ ਨੇ ਕੀਤਾ ਸੀ ਔਰ ਜੋ ਉਹਨਾਂ ਨੇ ਆਪਣੇ ਲੋਕਾਂ ਨੂੰ ਪ੍ਰੈਜ਼ੈਂਟ ਕੀਤਾ ਉਹ ਤਾਂ ਇਹ ਤਾਂ ਨਹੀਂ ਸੀ ਕਿ ਵੀ ਉਹ ਆਪਣੇ ਲੋਕਾਂ ਦੇ ਹਿੱਤਾਂ ਦੇ ਖਿਲਾਫ। ਜਰਮਨ ਜਿਹੜੇ ਨੇ ਪਿਆਰ ਕਰਦੇ ਸੀ ਉਹਨਾਂ ਨੂੰ ਕਿ ਦੇਖੋ ਜੀ ਇਹ ਤਾਂ ਸਾਨੂੰ ਕਿੱਥੋਂ ਕੱਢ ਕੇ ਗੁਰਬਤ 'ਚੋਂ ਔਰ ਜਿਹੜੀ ਗਲਾਨੀ ਔਰ ਜਿਹੜੀ ਸਾਡੀ ਦੁਰਦਸ਼ਾ ਬਾਕੀ ਯੂਰਪੀਅਨ ਕੰਟਰੀਜ਼ ਨੇ 1914 ਤੋਂ 1918 ਦੇ ਫਸਟ ਵਰਲਡ ਵਾਰ ਤੋਂ ਬਾਅਦ ਸਮਝੌਤੇ ਤਹਿਤ
ਸਾਡੀ ਧੌਣ ਨੀਵੀਂ ਕੀਤੀ ਸੀ, ਅੱਛਾ। ਅਸੀਂ ਵਾਪਸ ਉਭਾਰਿਆ ਹੈ, ਅਸੀਂ ਵਾਪਸ ਇੱਕ ਸ਼ਕਤੀ ਬਣਨ ਵੱਲ ਵੱਧ ਰਹੇ ਹਾਂ। ਇਹੀ ਮਾਡਲ ਤੁਸੀਂ ਇੰਡੀਆ 'ਚ ਦੇਖੋਗੇ। ਜਦੋਂ ਕਦੇ ਉਹ ਕਹਿੰਦੇ ਨੇ 1200 ਤੋਂ ਪਹਿਲਾਂ 1000 ਸਾਲ ਦੀ ਗੁਲਾਮੀ ਕਹਿੰਦੇ ਸੀ, ਹੁਣ ਮੋਦੀ ਇੱਥੇ ਉਹਦਾ ਸਟੇਟ ਆਫ ਦਾ ਯੂਨੀਅਨ ਐਡਰੈਸ 'ਚ 1200 ਸਾਲ ਉਹਨੇ ਕਿਹਾ ਜੀ, ਜੋ ਕਿ ਅਮਰੀਕਨਾਂ ਨੇ ਵੀ ਅਲਟੀਮੇਟਲੀ ਬ੍ਰਿਟਿਸ਼ ਤੋਂ ਹੀ ਆਜ਼ਾਦੀ ਹਾਸਲ ਕੀਤੀ ਸੀ। ਉਹਨਾਂ ਨੇ ਕਿਹਾ ਜੀ ਉਹ ਬ੍ਰਿਟਿਸ਼ ਵਾਲੇ 200 ਸਾਲ ਵੀ ਜੋੜ ਦਿਓ। ਹਾਲਾਂ ਮੈਂ ਇਹ ਦੇਖ ਰਿਹਾ ਸੀ, ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ 'ਚ ਕੋਈ ਨਾ ਕੋਈ ਹਿਸਟਰੀ ਸੈਗਮੈਂਟ ਨੂੰ ਵੀ ਕਰਨ ਦਾ। ਈਵਨ ਇਹ ਜਿਹੜਾ 1200 ਸਾਲ ਵੀ ਕਹਿਣਾ ਹੈ, ਇਹ ਕਿਉਂਕਿ ਮੁਹੰਮਦ ਬਿਨ ਕਾਸਮ ਦੇ ਨਾਲ ਜੋੜ ਕੇ ਜਿਹੜਾ ਉਹ ਆਲਮੋਸਟ 1000 ਸਾਲ ਇਸਲਾਮ ਦੇ ਬਣ ਜਾਂਦੇ ਨੇ ਤੇ 200 ਸਾਲ ਅੰਗਰੇਜ਼ਾਂ ਦੇ ਰਾਜ ਦੇ ਬਣ ਜਾਂਦੇ ਨੇ। ਉਸ ਤੋਂ ਪਹਿਲਾਂ ਕਿਹੜੇ ਇਹਨਾਂ ਦੇ ਝੰਡੇ ਝੂਲਦੇ ਸੀ ਜਾਂ ਕੀ ਸੀ। ਈਵਨ ਜਦੋਂ ਅਸੀਂ ਪੰਜਾਬ ਦੇ ਹਵਾਲੇ ਨਾਲ ਵੀ ਗੱਲ ਕਰਾਂਗੇ ਕਿਸੇ ਵੇਲੇ ਕਿ ਭਾਈ ਇੱਥੇ ਬਹੁਤ ਵਾਰੀ ਸਾਡੇ ਵੀ ਇਹ ਦਿਮਾਗਾਂ 'ਚ ਹੀ ਹੈ ਕਿ ਸਿਕੰਦਰ ਆਇਆ ਔਰ ਉਹ ਰਾਵੀ ਦੇ ਕੰਢਿਓਂ ਮੁੜ ਗਿਆ ਔਰ ਬੁੱਕ। ਹਾਲਾਂਕਿ ਗ੍ਰੀਕਸ ਨੇ ਅੱਗੋਂ ਵੀ ਸਿਕੰਦਰ ਦੇ ਜਾਣ ਤੋਂ ਬਾਅਦ ਵੀ 200-300 ਸਾਲ ਜਿਹੜਾ ਉਹਨਾਂ ਦਾ ਬੋਲਬਾਲਾ ਰਿਹਾ। ਈਵਨ ਪੰਜਾਬ ਜਿਸ ਦਾ ਇਹ ਵੱਡਾ ਖਿੱਤਾ ਜਿਹੜਾ ਹੈ ਉਹ ਉਸ ਵੇਲੇ ਦੇ ਉਸ ਗ੍ਰੀਕ ਰਾਜਾ ਮੈਲਿੰਡਰ, ਜਿਹਨੂੰ ਗ੍ਰੀਕ ਦੇ ਵਿੱਚ ਮੈਲਿੰਡਰ ਕਹਿੰਦੇ ਨੇ, ਅਸੀਂ ਰਾਜਾ ਮਲਿੰਦ ਕਹਿੰਦੇ ਪੰਜਾਬ ਦੇ ਲਿਟਰੇਚਰ 'ਚ, ਕਿਉਂਕਿ ਮਲਿੰਦ ਜਾਂ ਮੈਲਿੰਡਰ ਨਾਲ ਇਹ ਕਹਾਣੀ ਇਸ ਲਈ ਵੀ ਜੁੜਦੀ ਹੈ ਕਿ ਉਸ ਵੇਲੇ ਦੇ ਬਹੁਤ ਵੱਡੇ ਬੁੱਧਿਸਟ ਸਕਾਲਰ ਜਿਹੜਾ ਨਾਗਾ ਅਰਜੁਨ, ਉਸ ਦਾ ਉਹ ਫਾਲੋਅਰ ਬਣਦਾ ਹੈ ਮਲਿੰਦ। ਔਰ ਇਹ ਆਲਮੋਸਟ 2000 ਸਾਲ ਪਹਿਲਾਂ ਦੀ ਕਹਾਣੀ ਹੈ। ਔਰ ਉਹਦੀ ਮਲਿੰਦ ਦੀ ਰਾਜਧਾਨੀ ਮੌਜੂਦਾ ਜਿਹੜਾ ਸਿਆਲਕੋਟ ਹੈ ਪਾਕਿਸਤਾਨ ਦਾ, ਉਹ ਸੀ। ਸੋ ਉਹ ਪੂਰਾ ਹੀ ਇਹ ਸਾਰਾ ਜਿਹੜਾ ਇਹ ਬੁੱਧਿਜ਼ਮ ਦੀ ਬੈਲਟ ਸੀ। ਔਰ ਮਲਿੰਦਾ ਇੰਨਾ ਜ਼ਿਆਦਾ ਜਿਹੜਾ ਉਹ ਹੋਇਆ ਲਰਨਡ ਮੈਨ ਕਿ ਉਸ ਦੇ ਉੱਤੇ ਜਿਹੜੀ ਕਿੰਨੀਆਂ ਰਿਸਰਚਸ ਹੋਈਆਂ ਨੇ। ਔਰ ਉਸ ਵੇਲੇ ਪੰਜਾਬ ਨੂੰ ਜਿਹੜਾ ਹੈ ਉਹ ਵਿਜ਼ਡਮ ਦਾ ਦਿਮਾਗ ਕਿਹਾ ਜਾਂਦਾ ਸੀ ਕਿ ਭਾਈ ਸਿਆਣਪ ਹੈ ਤੇ ਇੱਥੇ ਹੀ ਹੈ। ਸੋ ਉਹ ਗ੍ਰੀਕ ਪੀਰੀਅਡ ਹੈ। ਸੋ ਕੁੱਲ ਮਿਲਾ ਕੇ ਜੇ ਕਹਿਣਾ ਹੋਏ ਵੀ ਜਿਹੜਾ, ਲੇਕਿਨ ਕਿਉਂਕਿ ਜਦੋਂ ਤੁਸੀਂ ਆਪਣੇ ਪੈਰ ਗੱਡਣੇ ਨੇ, ਅੱਡੀ ਗੱਡਣੀ ਹੈ, ਤੇ ਤੁਸੀਂ ਕੁਛ ਨਾ ਕੁਛ ਫੇਕ ਕ੍ਰੀਏਟ ਵੀ ਕਰਨਾ ਤੇ ਜੇ ਥੋੜਾ ਬਹੁਤ ਕਿਤੇ ਸ਼ਾਈਨ ਸੀ ਤੇ ਉਹਨੂੰ ਤੁਸੀਂ ਪੂਰਾ ਸੂਰਜ ਬਣਾ ਕੇ ਪੇਸ਼ ਕਰਨਾ। ਸੋ ਇਹਨਾਂ ਦਾ ਵੀ ਉਹ ਸਾਰਾ ਜਿਹੜਾ ਤਰਜ਼ੇ ਬਿਆਨ ਹੈ ਹਿੰਦੂ ਤਵੀਆਂ ਦਾ, ਪਾਸਟ ਗਲੋਰੀ, ਭਾਰਤੀ ਗਰਵ, ਆਰੀਆ ਭੱਟ, ਕੁਮਾਰਲ ਭੱਟ, ਫਲਾਣਾ ਟਿਮਕਾ, ਕਿਸੇ ਨਾ ਕਿਸੇ ਨੂੰ, ਕਿਸੇ ਨੂੰ ਸਾਇੰਸਦਾਨ ਬਣਾ ਦਿਓ, ਕਿਸੇ ਨੂੰ ਜਹਾਜ਼ਾਂ ਦਾ ਫਾਊਂਡਰ ਬਣਾ ਦਿਓ, ਕਿਸੇ ਨੂੰ ਜਿਹੜਾ ਉਹ ਟੈਸਟ ਟਿਊਬ ਬੇਬੀਜ਼ ਦਾ ਬਣਾ ਦਿਓ, ਕਿਸੇ ਨੂੰ ਪਲਾਸਟਿਕ ਸਰਜਨ ਬਣਾ ਦਿਓ। ਸੋ ਉਹ ਸਾਰੀ ਜਿਹੜੀ ਕ੍ਰੀਏਸ਼ਨ ਹੈ ਉਹ ਲੋਕਾਂ ਦੀ ਕੰਜ਼ੰਪਸ਼ਨ ਲਈ ਹੁੰਦੀ ਹੈ ਕਿ ਦੇਖੋ ਜੀ ਅਸੀਂ ਤਾਂ ਤੁਹਾਨੂੰ ਉਸ ਦੌਰ 'ਚ ਲਿਜਾ ਰਹੇ, ਕਿਸੇ ਦੌਰ ਜਿਹੜਾ ਦੌਰ ਕਦੇ ਐਗਜ਼ਿਸਟ ਨਹੀਂ ਕਰਦਾ, ਜਾਂ ਦੂਸਰਿਆਂ ਦੇ ਕੀਤੇ ਕੰਮਾਂ ਨੂੰ ਆਪਣੇ ਖਾਤੇ 'ਚ ਪਾ ਕੇ ਕਹੋ ਜੀ ਤਾਜ ਮਹਿਲ ਵੀ ਮੰਦਿਰ ਸੀ, ਇਹਦਾ ਨਾਂ ਤਾਜੂ ਮੰਦਿਰ ਸੀ, ਇਹ ਫਲਾਣੀ ਬਿਲਡਿੰਗ ਵੀ ਜਿਹੜੀ ਹੈ ਇਹ ਸਾਡੀ ਸੀ, ਇਹ ਫਲਾਣੀ ਹਿੰਦੂ ਤਵੀਆਂ ਦੀ ਸੀ ਤੇ ਟਿਮਕਿਆਂ ਦੀ ਸੀ। ਸੋ ਇੱਕ ਪਾਸੇ ਤਾਂ ਇਹ ਹੈ। ਲੇਕਿਨ ਕਿਉਂਕਿ ਜਦੋਂ ਵੈਸਟ ਦੇ ਵਿੱਚ ਜਾਂ ਅੱਜ ਵੀ ਅਸੀਂ 21ਵੀਂ ਸਦੀ ਜੇ ਗੱਲ ਕਰੀਏ ਤੇ ਬਹੁਤ ਕੁਛ ਤਾਂ ਜਿਸ ਕਿਸਮ ਦੀ ਚੀਜ਼ ਪ੍ਰਚਾਰੀ ਜਾਂਦੀ ਆ ਉਸ ਕਿਸਮ ਦਾ ਸੌਦਾ ਵਿਕਦਾ ਹੈ। ਸੋ ਉਹਨਾਂ ਨੇ ਜਿਵੇਂ 1 ਬਿਲੀਅਨ 400 ਮਿਲੀਅਨ ਲੋਕਾਂ ਨੂੰ ਡੈਮੋਕ੍ਰੇਸੀ ਦੇ ਨਾਂ ਥੱਲੇ ਵੇਚਦੇ ਨੇ। ਸੋ ਇਹ ਬੜਾ ਜ਼ਰੂਰੀ ਹੈ ਸਮਝਣਾ ਕਿ ਵੀ ਇਹ ਸਾਰਾ ਚੱਲ ਕੀ ਰਿਹਾ। ਔਰ ਇੱਕਦਮ ਇਜ਼ਰਾਈਲ ਦੇ ਨਾਲ ਖਾਸ ਤੌਰ ਤੇ ਨੇੜਤਾ ਭਾਰਤ ਦੀ ਔਰ ਖਾਸ ਤੌਰ ਤੇ RSS ਦੇ ਪਾਵਰ 'ਚ ਆਉਣ ਤੋਂ ਬਾਅਦ ਜਿਸ ਕਿਸਮ ਦੀ ਹੋਈ। ਔਰ ਇੱਕ ਸਟੋਰੀ ਜਿਹੜੀ ਕਿ ਮੈਂ ਸਮਝਦਾ ਵੀ ਬੜੀ ਲੀਡ ਸਟੋਰੀ ਹੈ, ਜਿਹਦਾ ਹਵਾਲਾ ਵੀ ਵੀਰ ਸਵਿੰਦਰ ਸਿੰਘ ਹੋਰਾਂ ਨੇ ਦਿੱਤਾ ਹੈ। ਔਰ ਅੱਜ ਅਸੀਂ ਜਦੋਂ ਕਿ 18 ਜੁਲਾਈ ਨੂੰ ਗੱਲ ਕਰ ਰਹੇ ਹਾਂ, ਆਉਣ ਵਾਲੇ ਕੱਲ ਉੱਥੇ ਆਲਰੇਡੀ ਸਵੇਰ ਦੇ ਆਵਰਸ ਨੇ। ਔਰ ਕੁਵੈਤ ਜਿਸ ਦੀ ਕੈਪੀਟਲ ਦੋਹਾ, ਜਿਨ੍ਹਾਂ ਨੇ ਬ੍ਰੇਕ ਥਰੂ ਕਰਾਇਆ ਤਾਲਿਬਾਨ ਔਰ ਅਮਰੀਕਨਾਂ ਦੀ ਨੈਗੋਸ਼ੀਏਸ਼ਨ ਦਾ ਵੀ ਔਰ ਦੂਸਰਿਆਂ ਦਾ। ਔਰ ਕੁਵੈਤ ਜਿਹੜਾ ਇਸ ਵੇਲੇ ਡਿਪਲੋਮੇਸੀ ਦੀ ਹੱਬ ਵੀ ਹੈ, ਪ੍ਰੋਗਰੈਸ ਵੀ ਹੈ, ਦੁਬਈ ਔਰ ਕੁਵੈਤ ਔਰ ਇਹ ਜਿਹੜਾ ਇਹਨਾਂ ਦੀ ਪ੍ਰੋਗਰੈਸ ਹੈ। ਲੇਕਿਨ ਇਹਨਾਂ ਦੇ ਕਿਵੇਂ ਔਰ ਕੁਵੈਤ ਉਹਨਾਂ ਮੁਲਕਾਂ 'ਚੋਂ ਸੀ ਜਿਨ੍ਹਾਂ ਨੇ ਇਜ਼ਰਾਈਲ ਦੇ ਨਾਲ ਆਪਣੇ ਡਿਪਲੋਮੈਟਿਕ ਸੰਬੰਧ ਬਣਾ ਲਏ ਹੋਏ ਸੀ। ਲੇਕਿਨ 2008-2009 ਦੇ ਪੀਰੀਅਡ ਦੇ ਵਿੱਚ ਆਲਮੋਸਟ ਜਦੋਂ ਅਸੀਂ ਦੇਖਦੇ ਹਾਂ 14-15 ਸਾਲ ਪਹਿਲਾਂ ਇਜ਼ਰਾਈਲ ਨੇ ਫਲਸਤੀਨੀਆਂ 'ਤੇ ਧਾਵਾ ਬੋਲਿਆ, ਉਹਨਾਂ ਦਾ ਬਹੁਤ ਜਿਹੜਾ ਉਹ ਬੇਗੁਨਾਹ ਨੂੰ ਮਾਰਿਆ ਸੀ। ਉਦੋਂ ਉਹਨਾਂ ਨੇ ਕਤਰ ਨੇ ਆਪਣੇ ਸੰਬੰਧ ਅਗੇਨ
ਤੋੜ ਲਏ ਸੀ ਇਜ਼ਰਾਈਲ ਦੇ ਨਾਲ। ਹੁਣ ਇੰਡੀਆ ਨੂੰ ਇਸਤੇਮਾਲ ਕਰਕੇ ਇਜ਼ਰਾਈਲ ਕਿਵੇਂ ਕਤਰ ਦੇ ਵਿੱਚ ਬੈਠ ਕੇ ਜਸੂਸੀ ਕਰਵਾਉਂਦਾ ਹੈ, ਔਰ ਇਹ ਕੋਈ ਛੋਟਾ ਕੇਸ ਨਹੀਂ ਹੈ, ਕੇਸ ਤਾਂ 10-11 ਮਹੀਨੇ ਤੋਂ ਹੈ, ਕਿਉਂਕਿ 10 ਮਹੀਨੇ ਤੋਂ ਭਾਰਤ ਦੇ ਵੱਡੇ ਜਿਹੜੇ ਨੇ ਆਲਮੋਸਟ 10 ਦੇ ਕਰੀਬ ਉਹਨਾਂ ਦੇ ਐਕਸ ਨੇਵੀ ਆਫੀਸਰ ਉਹ ਉਹਨਾਂ ਦੀ ਹਿਰਾਸਤ 'ਚ ਨੇ ਕਤਰ ਦੀ ਜੀ। ਡੈਥ ਸੈਂਟੈਂਸ ਉਹਨਾਂ ਨੂੰ ਦੇਣ ਦਾ ਚਾਰਜ ਹੈ। ਹੁਣ ਹੈ ਕੀ ਹੈ, ਪਹਿਲਾਂ ਤਾਂ ਮੈਂ ਉਹਨਾਂ ਦੇ ਨਾਂ ਦੱਸਾਂ, ਕਿਉਂਕਿ ਇੱਕ ਨਾਂ ਉਹਦੇ 'ਚ ਸਿੱਖਾਂ ਵਾਲਾ ਲੱਗਦਾ ਹੈ, ਔਰ ਇਹ ਸਾਰੇ ਹੀ ਵੈਟਰਨ ਨੇ ਨੇਵੀ ਦੇ। ਕੈਪਟਨ ਨਵਤੇਜ ਸਿੰਘ ਗਿੱਲ, ਕੈਪਟਨ ਬਰਿੰਦਰ ਕੁਮਾਰ ਵਰਮਾ, ਕੈਪਟਨ ਸੌਰਵ ਵਸ਼ਿਸ਼ਟ, ਕਮਾਂਡਰ ਅਮਿਤ ਨਾਗਪਾਲ, ਕਮਾਂਡਰ ਪੁਰਨੇਂਡੂ ਤਿਵਾੜੀ, ਕਮਾਂਡਰ ਸੁਗਨਕਾਰ ਪਕਲਾ, ਕਮਾਂਡਰ ਸੰਜੀਵ ਗੁਪਤਾ ਤੇ ਸੇਲਰ ਰਗੇਸ਼। ਹੁਣ ਇਹ ਨੇਵੀ ਦਾ ਸਾਰਾ ਹੁਣ ਕਰ ਕੀ ਰਹੇ ਸੀ, ਇਹਨਾਂ ਨੇ ਓਮਾਨ ਬੇਸਡ ਇੱਕ ਕੰਪਨੀ ਜਿਹਦਾ ਨਾਮ ਦਾਹਰਾ ਗਲੋਬਲ ਟੈਕਨੋਲੋਜੀਜ਼ ਐਂਡ ਕੰਸਲਟੈਂਸੀ ਸਰਵਿਸਿਜ਼ ਇਨ ਦੋਹਾ, ਇਸ ਦੇ ਲਈ ਉਹ ਕੰਮ ਕਰਦੇ ਸੀ ਜੀ। ਇਹ ਦੋਹਾ ਕਤਰ ਦੀ ਕੈਪੀਟਲ ਹੈ, ਔਰ ਇਹ ਜਿਹੜਾ ਹੈ ਇਹਨਾਂ ਦੇ ਉੱਤੇ ਜਿਹੜਾ ਚਾਰਜ ਹੈ ਕਿ ਵੀ ਇਹ ਕਤਰੀ ਨੇਵੀ ਪਰਸਨਲ ਨੂੰ ਟ੍ਰੇਨਿੰਗ ਦੇ ਥੱਲੇ ਇਸ ਕੰਪਨੀ ਨਾਲ ਉਹਨੇ ਟਾਰਗੇਟ ਜਿਹੜਾ ਕੰਟਰੈਕਟ ਕੀਤਾ ਹੋਣਾ ਕਤਰ ਵਾਲਿਆਂ ਨੇ। ਪਰ ਬੇਸਿਕਲੀ ਇਹ ਸਾਰੇ ਦੇ ਸਾਰੇ ਜਿਹੜੇ ਨੇਵਲ ਆਫੀਸਰ ਨੇ ਇਹ ਇਜ਼ਰਾਈਲ ਦੀ ਮੋਸਾਦ ਦੇ ਲਈ ਕੰਮ ਕਰਦੇ ਸੀ, ਉਹਨਾਂ ਦੀ ਇੰਟੈਲੀਜੈਂਸ ਏਜੰਸੀ ਲਈ ਕੰਮ ਕਰਦੇ ਸੀ। ਇਵੈਂਚੁਅਲੀ ਇਹ ਸਾਰਾ ਪਲਾਟ 10-11 ਮਹੀਨੇ ਪਹਿਲਾਂ ਅਨਕਵਰ ਹੋਇਆ। ਸਾਰੇ ਦੇ ਸਾਰੇ ਉਹਨਾਂ ਦੀ ਹਿਰਾਸਤ 'ਚ ਨੇ, ਉਹਨਾਂ ਦੇ ਫੈਮਿਲੀ ਮੈਂਬਰਸ ਨੂੰ ਮਿਲ ਲੈਣ ਦਿੰਦੇ ਨੇ, ਔਰ ਇਹਨਾਂ ਦੇ ਲਈ ਜ਼ਾਹਰ ਹੈ ਕਿ ਵੀ ਡੈਥ ਸੈਂਟੈਂਸ ਹੈ, ਸਜ਼ਾਏ ਮੌਤ ਹੋਏਗੀ। ਔਰ ਹੁਣੇ ਇੰਡੀਅਨ ਗਵਰਨਮੈਂਟ ਔਰ ਦੂਜੇ ਤਰਲੇ ਤੁਰਲੇ ਕਰ ਰਹੇ ਨੇ ਕਿ ਵੀ ਦੋ ਮੌਕੇ ਹੁੰਦੇ ਨੇ ਕਤਰ ਦੇ ਵਿੱਚ ਜਾਂ ਇਸਲਾਮਿਕ ਮੁਲਕਾਂ 'ਚ ਬਹੁਤ ਵਾਰ, ਜਦੋਂ ਕਿ ਉਹ ਮਾਫੀ ਦਿੰਦੇ ਨੇ, ਆਮ ਮਾਫੀ ਦਿੱਤੀ ਜਾਂਦੀ, ਇਹਨੂੰ ਪਾਰਡਨ ਅਸੀਂ ਅੰਗਰੇਜ਼ੀ 'ਚ ਕਹਿੰਦੇ ਹਾਂ, ਜਾਂ ਰਮਾਦਾਨ ਦੇ ਮੌਕੇ ਹੁੰਦਾ ਤੇ ਜਾਂ ਉਹਨਾਂ ਦਾ ਨੈਸ਼ਨਲ ਡੇ ਹੁੰਦਾ ਹੈ ਕਤਰ ਵਾਲਿਆਂ ਦਾ। ਸੋ ਉਹਨਾਂ ਨੇ ਜਿਹੜਾ ਰਮਾਦਾਨ ਦੇ ਤਾਂ ਨਹੀਂ ਮਿਲੀ, ਹੁਣ ਉਹਨਾਂ ਨੂੰ ਇਹ ਆਸ ਕਰਦੇ ਨੇ ਔਰ ਇੰਡੀਆ ਰਾਹੀਂ ਉਹ ਪ੍ਰੈਸ਼ਰ ਬਿਲਡ ਕਰਾ ਰਹੇ ਨੇ ਕਿ ਜਿਹੜਾ ਦਸੰਬਰ 18 ਨੂੰ ਆਏਗਾ ਇਸੇ ਸਾਲ ਦੇ ਵਿੱਚ ਨੈਸ਼ਨਲ ਡੇ, ਉਦੋਂ ਇਹਨਾਂ ਨੂੰ ਮਾਫੀ ਦਿੱਤੀ ਜਾਏ। ਹੁਣ ਤੁਸੀਂ ਇਹ ਅੰਦਾਜ਼ਾ ਲਾਓ ਵੀ ਇਸ ਲੈਵਲ ਦੇ ਹੁਣ ਇਹ ਜਿਹੜੇ 9-10 ਨੇਵੀ ਦੇ ਆਫੀਸਰ ਨੇ ਇੰਡੀਆ ਦੇ, ਉਹ ਕੰਮ ਕਰ ਰਹੇ ਨੇ ਮੋਸਾਦ ਦੇ ਲਈ, ਇਜ਼ਰਾਈਲ ਦੇ ਲਈ, ਏਜੰਸੀਆਂ ਦੇ ਲਈ ਖੁਫੀਆ ਜਾਣਕਾਰੀ ਇਕੱਠੀ ਕਰ ਰਹੇ ਨੇ। ਇਹ ਆਪਰੇਸ਼ਨ ਇੰਡੀਵਿਜੂਅਲ ਤਾਂ ਨਹੀਂ ਹੈ, ਇੰਡੀਅਨ ਗਵਰਨਮੈਂਟ ਦਾ। ਸੋ ਜੇ ਉਹਨਾਂ ਨੇ ਪੈਗਾਸਸ ਦਿੱਤਾ ਜਾਂ ਟ੍ਰੇਨਿੰਗ ਜਾਂ ਦੂਜੀ ਤੀਜੀ ਜਾਂ ਉਹਨਾਂ ਦੇ ਇੱਕ ਦੂਜੇ ਦੇ ਗੁਨਾਹ ਦੋਨੋਂ ਕਵਰ ਕਰਦੇ ਨੇ, ਕੰਮ ਤਾਂ ਇਹ ਲੈ ਰਹੇ ਨੇ। ਪਰ ਇਹ ਸਟੋਰੀ ਜਿਹਦਾ ਮੈਂ ਹਵਾਲਾ ਦਿੱਤਾ ਹੈ, ਇਹ ਵਾਇਰ ਦੀ ਸਟੋਰੀ ਹੈ। ਫੈਮਿਲੀ ਮੈਂਬਰਸ ਆਫ ਇੰਡੀਅਨ ਨੇਵੀ ਵੈਟਰਨਸ ਜੇਲਡ ਇਨ ਕਤਰ ਫਾਈਲ ਮਰਸੀ ਪਲੀ ਵਿਦ ਅਮੀਰ, ਔਰ ਉਹ ਉਹਨਾਂ ਨੇ ਹੁਣ ਜਿਹੜੀ ਹੈ ਉਹ ਮਰਸੀ ਰਹਿਮ ਦੀ ਅਪੀਲ ਕੀਤੀ ਹੈ। ਔਰ ਇਸ ਵੱਲ ਹੀ ਇਸ਼ਾਰਾ ਕਰਦੇ ਹਾਂ ਜਦੋਂ ਰੌਕ ਸਟੇਟ, ਹੁਣ ਇਹ ਕੰਮ ਬਿਲਕੁਲ ਰੌਕ ਸਟੇਟ ਵਾਲਾ ਹੈ। ਜਦੋਂ ਤੁਸੀਂ ਕਿਸੇ ਦੇ ਨੂੰ ਵਰਤ ਕੇ, ਹੁਣ ਮੋਸਾਦ ਆਪਣੇ ਏਜੰਟ ਜਿਹੜੀ ਆ ਉਹ ਹਾਇਰ ਕਰੇ, ਸਮਝ ਆ ਸਕਦੀ ਹੈ, ਸਾਰੀਆਂ ਏਜੰਸੀਆਂ ਕਰਦੀਆਂ ਨੇ। ਹੁਣ ਸਮਝੌਤਾ ਕੀ ਹੈ ਮੋਸਾਦ ਦਾ, ਉਹਨਾਂ ਨੂੰ ਪਤਾ ਹੈ ਵੀ ਇੰਡੀਅਨਸ ਨੂੰ ਇਹ ਜਿੰਨੀਆਂ ਅਰਬ ਮੁਲਕਾਂ ਵਾਲੇ ਨੇ, ਬਹੁਤ ਸਾਰੇ ਹਿੰਦੁਸਤਾਨੀ ਕੰਮ ਕਰਦੇ ਨੇ ਉੱਥੇ, IT ਸੈਕਟਰ 'ਚ ਵੀ ਨੇ, ਦੂਜੇ ਤੀਜੇ ਵੀ ਨੇ, ਉਹਨਾਂ ਨੂੰ ਇਜ਼ਰਾਈਲ ਨੂੰ ਪਤਾ ਹੈ ਵੀ ਉਹਨਾਂ ਦੇ ਯੂਦੀ ਹੋਣਾ ਦਾ ਇੱਕਦਮ ਸਾਹਮਣੇ ਆ ਜਾਣਾ ਹੈ। ਔਰ ਉਹਨਾਂ ਨੇ ਇੰਡੀਆ ਦੇ ਨਾਲ ਡੀਲ ਬਣਾਈ ਕਿ ਆ ਤੁਸੀਂ ਸਾਡੇ ਲਈ ਆਹ ਕੰਮ ਕਰੋ ਤੇ ਅਸੀਂ ਤੁਹਾਡੇ ਲਈ ਆਹ ਕਰਦੇ ਹਾਂ। ਔਰ ਵੀਰ ਸਵਿੰਦਰ ਸਿੰਘ ਹੋਰਾਂ ਨੇ ਆਪਣਾ ਹਾਲਮਾਰਕਸ ਆਫ ਏ ਰੋਗ ਨੇਸ਼ਨ ਦੇ ਥੱਲੇ ਲਿਖਿਆ ਕਿ ਉਹਨਾਂ ਨੇ ਕਿਹਾ ਕਿ ਵੀ ਡਾਕਟਰ ਸਾਹਿਬ, ਆਈ ਹੈਵ ਬੀਨ trying to look into why Israelis have been selling their technology to a Nazi sympathizer regime. Apparently, the sharp-witted Jews have definitely not revealed all their cards on the table. ਕਿ ਸਾਹਮਣੇ ਨਹੀਂ ਸੀ ਪਿਆ ਹੋਇਆ ਵੀ ਉਹ ਕੀ ਕਰ ਰਹੇ ਨੇ। Came across this story today, though I have been following it since few months now. It is about 8 Indian sailors captured in 10 नहीं 8 ने captured in Qatar facing death penalty। फिर उन्होंने लिंक दिता है। These 8 veterans over the age of 60, ये कोई ਨਿਆਣੇ ਨਹੀਂ ਨੇ ਕਿ ਵੀ ਜਿਹੜੇ ਕੋਈ ਕਮੀਰ ਬਣਨਾ ਚਾਹੁੰਦੇ ਨੇ ਤੇ ਉਹ ਡਰੈਗਨੇਟ ਉਹਨਾਂ ਨੇ ਲੈ ਕੀਤਾ।
60 ਸਾਲ ਤੋਂ ਉੱਪਰ ਉਮਰ ਦੇ ਸਾਰੇ ਰਿਟਾਇਰਡ ਜਿਹੜੇ ਉਹਨਾਂ ਦੇ ਲਈ ਕੰਮ ਕਰ ਰਹੇ ਨੇ। These 8 veterans over the age of 60 most likely retired have been in solitary confinement in Qatar since August 2022। ਹੁਣ ਤੁਸੀਂ ਦੇਖੋ ਵੀ ਸਿੱਖਾਂ ਦੀਆਂ ਝੂਠੀਆਂ ਕਹਾਣੀਆਂ ਬਣਾ ਕੇ ਸੈਨ ਫਰਾਂਸਿਸਕੋ ਅੱਗ ਲੱਗਣ ਦੀ, ਸਿਡਨੀ 'ਚ ਇੱਕ ਇੰਡੀਅਨ ਨੂੰ ਕੁੱਟਤਾ, 4-5 ਸਿੱਖਾਂ ਨੇ, ਖਾਲਿਸਤਾਨੀਆਂ ਨੇ ਹਮਲਾ ਕਰਤਾ। ਹੁਣ ਇਹ ਜਿਹੜੀ ਹੈ ਇਹ 10 ਮਹੀਨੇ ਤੋਂ ਇਹ ਕਹਾਣੀ ਇੰਨੀ ਵੱਡੀ ਕਹਾਣੀ ਕਿ 8 ਇੰਡੀਆ ਦੇ ਰਿਟਾਇਰਡ ਨੇਵੀ ਆਫੀਸਰ ਮੋਸਾਦ ਲਈ ਸਪਾਈਂਗ ਦੇ ਥੱਲੇ ਡੈਥ ਸੈਂਟੈਂਸ ਫੇਸ ਕਰ ਰਹੇ ਨੇ ਕਤਰ ਦੇ ਵਿੱਚ। ਇਹ ਤੁਹਾਨੂੰ ਕਿਤੇ ਮੈਂ ਵੀ ਹਾਲੇ ਮੈਂ ਆਪਣੇ ਆਪ ਨੂੰ ਇੱਕ ਦੇਖਦਾ ਕਿ ਵੀ ਮੇਰੀ ਅੱਖ ਹੁੰਦੀ ਹੈ ਜਾਂ ਮੇਰੀਆਂ ਨਜ਼ਰਾਂ 'ਚੋਂ ਵੀ ਇਹ ਸਟੋਰੀ ਨਹੀਂ ਗੁਜ਼ਰੀ। ਜਦੋਂ ਇਹਨਾਂ ਨੇ ਵੀਰ ਸਵਿੰਦਰ ਸਿੰਘ ਹੋਰਾਂ ਨੇ ਲਿਖਿਆ ਦੈਨ ਮੈਂ ਦੂਸਰੇ ਸੋਰਸ ਵੀ ਦੇਖੇ, ਫਿਰ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਜਿਹੜੇ ਨੇ ਇਹਨਾਂ ਦੇ ਅਗਸਤ 2022 ਤੋਂ ਇਹਨਾਂ ਤੇ ਚੱਲ ਰਹੇ ਚਾਰजेस ਫਾਇਰਡ ਅਗੇਂਸਟ them ਆਰ ਕੁਆਇਟ ਸੀਰੀਅਸ ਵਿਚ ਇਜ਼ ਸਪਾਈਂਗ ਫॉर ਇਜ਼ਰਾਈਲ, ਕਿ ਇਹ ਇਜ਼ਰਾਈਲ ਲਈ ਜਸੂਸੀ ਕਰ ਰਹੇ ਸੀ। Their next hearing is on July 19th. Now one can see how Israelis are using proxy countries like India and how India is being used. ਕਿਵੇਂ ਵਰਤਿਆ ਜਾ ਰਿਹਾ ਹੈ। Time has definitely come to call India a rogue state in Western circles. If not now, when? ਵੀ ਇਹ ਰੌਕ ਸਟੇਟ ਦੇ ਕੰਮ ਨੇ। ਹੁਣ ਨਾਰਥ ਕੋਰੀਆ ਦੇ ਹਵਾਲੇ ਨਾਲ ਹੋਏਗਾ ਜੀ ਰੌਕ ਸਟੇਟ, ਜਾਂ ਕਦੇ ਲੀਬੀਆ ਨੂੰ ਜਾਂ ਦੂਜਿਆਂ ਨੂੰ। ਇਸ ਤੋਂ ਵੱਡੀ ਰੌਕ ਸਟੇਟ ਕੀ ਹੋ ਸਕਦੀ ਹੈ? ਹੁਣ ਕਿਹਾ ਵੀ ਇਹ ਟਾਈਮ ਹੈ, ਅਸੀਂ ਕਹੀਏ ਟਾਈਮ ਹੈਜ਼ ਡੈਫੀਨੇਟਲੀ ਕਮ ਟੂ ਕਾਲ ਇੰਡੀਆ a rock state in western circles, if not now, when? Targeting of Sikh activists over last 2 months and Canada calling out India's foreign interference openly just make the case even more compelling। ਉਹਨਾਂ ਨੇ ਜੋ ਕੈਨੇਡਾ ਦੇ ਸਿਕਿਉਰਿਟੀ ਐਡਵਾਈਜ਼ਰ ਨੇ ਕਿਹਾ ਔਰ ਅਦਰਵਾਈਜ਼, ਔਰ ਅੱਜ ਅਸੀਂ ਗੱਲਬਾਤ ਕਰਾਂਗੇ। ਅਮਰੀਕਾ ਦੇ ਐਕਸ ਕਾਂਗਰਸਮੈਨ ਰਹੇ ਨੇ ਟ੍ਰੈਂਟ ਫਰੈਂਕਸ, ਮੈਨੂੰ ਇਹਨਾਂ ਨਾਲ ਮਿਲਣ ਦਾ ਵੀ ਮੌਕਾ ਰਿਹਾ। ਉਸ ਵੇਲੇ 3-4 ਐਕਸਟ੍ਰੀਮ ਆਈਡੀਓਲੋਜੀ ਵਾਲੇ ਰਿਪਬਲਿਕਨ ਸਨ ਜਿਹੜੇ ਇੰਡੀਆ ਦੀ ਰਿਲੀਜੀਅਸ ਫਰੀडम ਦੀ ਗੱਲ ਕਰਦੇ ਸੀ, ਅੱਜ ਤੋਂ ਜਦੋਂ ਅਜੇ ਸਿੱਖ ਕਾਕਸ ਵੀ ਨਹੀਂ ਸੀ ਬਣੀ। ਔਰ ਉਹਨਾਂ ਨੇ ਅੱਜ ਇੰਡੀਆ ਨੂੰ ਵਾਰਨ ਵੀ ਕੀਤਾ ਹੈ ਕਿ ਵੀ ਖਬਰਦਾਰ, ਤੁਸੀਂ ਅਮਰੀਕਾ ਦੀ ਧਰਤੀ ਤੇ ਸਮਝਿਆ ਕਿ ਵੀ ਇੱਥੇ ਤੁਸੀਂ ਹਿੰਸਾ ਕਰੋਗੇ, ਅਸੀਂ ਤੁਹਾਨੂੰ ਜ਼ਮੀਨ 'ਚੋਂ ਪੁੱਟ ਕੇ ਵੀ ਲਿਆਵਾਂਗੇ ਜੇ ਤੁਸੀਂ ਇਸ ਕਿਸਮ ਦੀ ਹਰਕਤ ਕੀਤੀ। ਹੁਣ ਇਹਦਾ ਮਤਲਬ ਇਹ ਹੈ ਵੀ ਇਹਨਾਂ ਦੇ ਜਦੋਂ ਇਸ ਕਿਸਮ ਦੀ ਕੋਈ ਬਿਆਨਬਾਜ਼ੀ ਹੁੰਦੀ ਹੈ, ਇਹ ਨਹੀਂ ਹੁੰਦਾ ਵੀ ਸਿੱਖਾਂ ਦੇ ਕਿਸੇ ਡੈਲੀਗੇਸ਼ਨ ਨੇ ਜਾ ਕੇ ਉਹਨਾਂ ਨੂੰ ਕੋਈ ਚਿੱਠੀ ਫੜਾਈ ਤਾਂ ਉਹਨੇ ਨਾ, ਉਹ ਆਪਣੀ ਇਨਵੈਸਟੀਗੇਸ਼ਨ ਵੀ ਕਰਦੇ ਨੇ। ਔਰ ਇਹ ਜਿਹੜੇ ਇੰਡੀਆ ਦੇ ਰੌਕ ਸਟੇਟ ਦੇ ਸਿੰਪਟਮਸ ਨੇ ਇਹ ਹੁਣ ਜਗਜ਼ਾਰ ਹੋਣੇ ਸ਼ੁਰੂ ਹੋ ਗਏ ਨੇ। ਕੈਨੇਡਾ ਵਾਲਾ ਸਾਹਮਣੇ ਆਇਆ, ਉਹਨਾਂ ਦੀ ਸਿਕਿਉਰਿਟੀ ਐਡਵਾਈਜ਼ਰ ਦਾ, ਔਰ ਇਹ ਇੱਕ ਇਸ ਦੇ ਉੱਤੇ ਇਹਨਾਂ ਨੇ ਅੱਗੋਂ ਕਿਹਾ ਕਿ ਭਾਈ ਇਹ ਜਿਹੜਾ ਆਲਰੇਡੀ ਜਿਹੜਾ ਇੰਡੀਆਜ਼ ਫੋਰਨ ਇੰਟਰਫੇਰੈਂਸ ਓਪਨਲੀ ਜਸਟ ਮੇਕ ਦਾ ਕੇਸ ਇਵਨ ਮੋਰ ਕੰਪੈਲਿੰਗ, not forgetting Indian touts trying to get into Gurdwara committees in Western countries to propagate India's narrative। ਗੁਰਦੁਆਰਾ ਕਮੇਟੀਆਂ 'ਚ ਤਾਂ ਤੁਸੀਂ ਹਰ ਥਾਂ ਤੇ ਦੇਖੋਗੇ ਤੁਹਾਨੂੰ ਉਹਨਾਂ ਦੇ ਉਹ ਬੰਦੇ ਮਿਲ ਜਾਣਗੇ, ਔਰ ਖਾਸ ਤੌਰ ਤੇ ਜਦੋਂ ਫਿਰ ਮੋਦੀ ਜਾਂ ਉਸ ਕਿਸਮ ਦੀ ਨਸਲ ਦੇ ਲੋਕ ਆਉਂਦੇ ਨੇ ਤੇ ਉਹ ਤੁਸੀਂ ਫਿਰ ਵੱਡੀਆਂ ਪੱਗਾਂ ਵਾਲੇ ਜਾਂ 6-6 ਫੁੱਟੇ ਬੰਦੇ ਦੇਖ ਸਕਦੇ ਹੋ ਕਿ ਉਹਨਾਂ ਦੇ ਖੱਬੇ ਖੜਾ ਹੈ, ਕੋਈ ਸੱਜੇ ਖੜਾ ਹੈ, ਉਹਨਾਂ ਦੇ ਚਿਹਰਿਆਂ ਦੇ ਉੱਤੇ ਹੀ ਜਿਹੜਾ ਉਹ ਤੁਹਾਨੂੰ ਨਜ਼ਰ ਆ ਰਿਹਾ ਹੁੰਦਾ ਕਿ ਵੀ ਇਹ ਜਿਹੜੇ ਸੈਲ ਆਊਟ ਕੀ ਹੁੰਦੇ ਨੇ, ਜਿਹੜੇ ਵਿਕੇ ਹੋਏ ਹੁੰਦੇ ਨੇ ਕੀ ਹੁੰਦੇ ਨੇ। ਫਿਰ ਦੂਸਰੀ ਸਟੋਰੀ ਜਿਹੜੀ ਉਹਨਾਂ ਨੇ ਰੈਫਰ ਕੀਤੀ ਹੈ ਉਹ ਵੀ ਮੀਡੀਆ 'ਚ ਹੈ। ਮਿਜ਼ੋਰਮ ਬੀਜੇਪੀ ਵਾਈਸ ਪ੍ਰੈਜ਼ੀਡੈਂਟ ਰਿਜ਼ਾਈਨਸ, ਸੇਜ਼ ਮਨੀਪੁਰ ਯੂਨੀਅਨ ਗਵਰਨਮੈਂਟ ਸਪੋਰਟਡ ਡਿਮੋਲੀਸ਼ਨ ਆਫ ਚਰਚਿਸ। ਔਰ ਇਹ ਜਿਹੜੇ ਜੋ ਕੁਛ ਮਿਜ਼ੋਰਮ ਦੇ ਵਿੱਚ, ਹਾਲਾਂਕਿ ਮਿਜ਼ੋਰਮ 'ਚ ਕੋਈ ਇਸ ਵੇਲੇ ਨਹੀਂ ਹੈ, ਜੋ ਮਨੀਪੁਰ ਦੇ ਹਵਾਲੇ ਨਾਲ ਹੀ ਹੈ, ਉੱਥੇ 2 ਮਹੀਨੇ ਤੋਂ ਜ਼ਿਆਦਾ ਹੋ ਗਏ ਨੇ ਕੁਕੀਜ਼ ਦੇ ਖਿਲਾਫ ਵਾਇਲੈਂਸ। ਜਿਹੜੇ ਈਸਾਈ ਨੇ ਉਹਨਾਂ ਦੇ 300 ਦੇ ਕਰੀਬ ਚਰਚ ਡਿੱਗੇ ਗਏ ਨੇ ਔਰ ਉਹ ਵਾਇਲੈਂਸ ਰੁਕ ਨਹੀਂ ਰਹੀ। ਲੇਕਿਨ ਮਿਜ਼ੋਰਮ ਦੇ, ਕਿਉਂਕਿ ਨਾਰਥ ਈਸਟ ਦੀਆਂ 7 ਸਟੇਟਾਂ ਦੇ ਵਿੱਚ ਹੀ ਬੀਜੇਪੀ ਨੇ ਆਪਣੀ ਪੈਂਟ ਹੀ ਨਹੀਂ ਬਣਾਈ ਆਲਮੋਸਟ, ਜਾਂ ਸਰਕਾਰ ਬਣਾਈ ਹੋਈ ਹੈ ਜਾਂ ਉਹਦਾ ਹਿੱਸਾ ਨੇ। ਲੇਕਿਨ ਮਿਜ਼ੋਰਮ ਦੀ ਬੀਜੇਪੀ ਦਾ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈ ਉਹਨੇ ਰਿਜ਼ਾਈਨ ਕੀਤਾ ਹੈ। ਇਸ ਕਹਾਣੀ ਨੂੰ ਵੀ ਉਹਨਾਂ ਨੇ ਰੈਫਰ ਕੀਤਾ ਹੈ। ਨੈਕਸਟ ਸਟੋਰੀ ਇਜ਼ ਅਬਾਊਟ ਬੀਜੇਪੀ ਵਾਈਸ ਪ੍ਰੈਜ਼ੀਡੈਂਟ ਇਨ ਮਨੀਪੁਰ ਰਿਜ਼ਾਈਨਿੰਗ because he has substantiated that the union government is hand in glove in burning of 357 churches। ਕੋਈ ਨੰਬਰ ਕਿਤੇ 250 ਆ ਰਿਹਾ, ਕਿਤੇ 300 ਹੈ। ਇਸ ਸਟੋਰੀ 370 ਕੇ ਹੈ। ਉਹਨਾਂ ਨੇ
ਕਿ ਵੀ ਉਹਨੇ ਕਿਹਾ ਮਿਜ਼ੋਰਮ ਦੇ ਵਾਈਸ ਪ੍ਰੈਜ਼ੀਡੈਂਟ ਜਿਹੜਾ ਬੀਜੇਪੀ ਦਾ ਹੀ ਹੈ ਕਿ ਵੀ ਨਹੀਂ ਇਹ ਜੋ ਚੱਲ ਰਿਹਾ ਇਹਦੇ 'ਚ ਮਨੀਪੁਰ ਗਵਰਨਮੈਂਟ, ਮਨੀਪੁਰ 'ਚ ਬੀਜੇਪੀ ਦੀ ਗਵਰਨਮੈਂਟ ਹੈ, ਉਹ ਵੀ ਇਨਵੋਲਵ ਹੈ ਔਰ ਮੋਦੀ ਗਵਰਨਮੈਂਟ ਵੀ ਇਨਵੋਲਵ ਹੈ। ਔਰ ਅੱਜ ਤੱਕ ਮੋਦੀ ਨੇ ਇਸ ਮੁੱਦੇ ਦੇ ਉੱਤੇ ਇੱਕ ਲਫ਼ਜ਼ ਵੀ ਮੂੰਹੋਂ ਨਹੀਂ ਕੱਢਿਆ ਹੈ। ਉੱਥੇ ਜਾਣਾ ਤਾਂ ਦੂਰ ਦੀ ਗੱਲ ਹੈ। It is appalling to see all this happening in front of our eyes in 21st century. All these lawmakers who have been rolling the red carpet for someone so polarizing definitely need to have a good look at themselves for what a rogue regime they have been supporting over these years. ਕਿ ਜਿਹੜੀ ਰੈੱਡ ਕਾਰਪੇਟ ਬਾਈਡਨ ਨੇ ਦਿੱਤੀ, ਫ੍ਰੈਂਚ ਪ੍ਰੈਜ਼ੀਡੈਂਟ ਨੇ ਦਿੱਤੀ। ਹਾਲਾਂਕਿ ਅੱਜ ਮੈਂ ਫ੍ਰੈਂਚ ਨਿਊਜ਼ਪੇਪਰਸ ਵੀ ਦੇਖ ਰਿਹਾ ਸੀ, ਉੱਥੇ ਵੀ ਉਹਨਾਂ ਦੇ ਇੰਟੈਲੈਕਚੁਅਲਸ ਔਰ ਉਹਨਾਂ ਦੇ ਜਿਹੜੇ ਸਿਆਣੇ ਲੋਕ ਨੇ ਉਹਨਾਂ ਵੱਲੋਂ ਬਹੁਤ ਕ੍ਰਿਟਿਸਿਜ਼ਮ ਹੋ ਰਿਹਾ ਕਿ ਵੀ ਫਰਾਂਸ ਦਾ ਇੱਕ ਆਪਣਾ ਰਿਕਾਰਡ ਹੈ ਔਰ ਇਹ ਮੈਕਰੋਨ ਨੇ ਇਹਨੂੰ ਮੋਦੀ ਨੂੰ ਸੱਦ ਕੇ ਔਰ ਸਿਰ ਤੇ ਚੜਾ ਕੇ ਜਿਹੜਾ ਬੇਇੱਜ਼ਤ ਕੀਤਾ ਹੈ। ਸੋ ਮੈਂ ਕਿਉਂਕਿ ਰੌਕ ਸਟੇਟ ਦੇ ਉੱਤੇ ਉਹਨਾਂ ਦੇ ਇਹੀ ਦੋ ਮੇਨ ਨੁਕਤੇ ਨੇ, ਹਾਲਾਂਕਿ ਉਹਨਾਂ ਦੀ ਈਮੇਲ ਦਾ ਇੱਕ ਹਿੱਸਾ ਬਾਕੀ ਹੈ, ਉਹਨੂੰ ਮੈਂ ਫਿਰ ਸ਼ੇਅਰ ਕਰਾਂਗਾ। ਔਰ ਮੈਂ ਇਸ ਦੇ ਉੱਤੇ ਕੁਦਰਤੀ ਅੱਜ ਜਦੋਂ ਮੈਂ ਸਵੇਰੇ ਕੁਝ ਸਰਚ ਕਰ ਰਿਹਾ ਸੀ ਤੇ ਸੁਲਤਾਨ ਬਾਹੂ ਜਿਹੜੇ ਜਦੋਂ ਅਸੀਂ ਆਪਣੇ ਖਿੱਤੇ ਦੇ ਵਿੱਚ ਰੂਹਾਨੀਅਤ ਦੇ ਅਲੰਬਰਦਾਰ ਜਿਹੜੇ ਇਹ ਫਕੀਰ ਬੇਸ਼ੱਕ ਸਬੰਧ ਇਹਨਾਂ ਦਾ ਸੂਫੀ ਇਸਲਾਮ ਨਾਲ ਜਾ ਕੇ ਜੁੜਦਾ ਹੈ, ਲੇਕਿਨ ਇਹ ਫ੍ਰੀ ਸੋਲ ਸੀ ਜਿਹੜੀਆਂ ਰੱਬ ਦੇ ਪਿਆਰ ਵਿੱਚ ਵੀ ਰੰਗੀਆਂ ਹੋਈਆਂ ਸੀ, ਇਨਸਾਨੀਅਤ ਨੂੰ ਵੀ ਪਿਆਰ ਕਰਨ ਵਾਲੀਆਂ ਰੂਹਾਂ ਸੀ। ਔਰ ਇਹ ਕਿਸੇ ਬਾਦਸ਼ਾਹਾਂ ਜਾਂ ਦੂਜਿਆਂ ਤੀਜਿਆਂ ਦੇ ਪ੍ਰਭਾਵ ਵਾਲੇ ਨਹੀਂ, ਆਪਣੇ ਰੰਗ 'ਚ ਰੰਗਣ ਵਾਲੇ ਸੀ। ਤੇ ਸੁਲਤਾਨ ਬਾਹੂ ਦਾ ਇੱਕ ਉਹਨਾਂ ਦੇ ਕਲਾਮ 'ਚੋਂ ਇੱਕ ਕੋਟ ਸੀ ਕਿ ਨਾਲ ਕੁਸੰਗੀ ਸੰਗ ਨਾ ਕਰੀਏ, ਕੁੱਲ ਨੂੰ ਲਾਜ ਨਾ ਲਾਈਏ ਹੂ। ਇਹ ਸੁਲਤਾਨ ਬਾਹੂ ਦੀਆਂ ਰਾਈਟਿੰਗ 'ਚ ਬਹੁਤਾ ਅਖੀਰਲਾ ਲਫ਼ਜ਼ ਹੂ ਜਿਹੜਾ ਹੈ ਇਹ ਅੱਲਾਹੂ ਦੇ ਸੈਂਸ 'ਚ ਵੀ ਹੈ ਕਿ ਉਹੀ ਉਹ। ਬਿਲਕੁਲ। ਨਾਲ ਕੁਸੰਗੀ ਸੰਗ ਨਾ ਕਰੀਏ, ਕੁੱਲ ਨੂੰ ਲਾਜ ਨਾ ਲਾਈਏ ਹੂ, ਤੁਮੇ ਮੂਲ ਤਰਬੂਜ਼ ਨਾ ਹੁੰਦੇ, ਤੋੜ ਮੱਕੇ ਲੈ ਜਾਈਏ ਹੂ। ਜਿਨ੍ਹਾਂ ਨੇ ਤੁਮਾ ਦੇਖਿਆ ਹੋਇਆ ਵੀ ਕਿੰਨਾ ਕੌੜਾ ਹੁੰਦਾ ਹੈ, ਉਹਨਾਂ ਨੇ ਕਿਹਾ ਕਿ ਬਈ ਇਹ ਤੁਮੇ ਦੀ ਜੜ ਕਦੇ ਵੀ ਜੇ ਤੁਮੇ ਨੂੰ ਤੁਸੀਂ ਮੱਕੇ ਵੀ ਲੈ ਜਾਓ ਤੇ ਇਹਨੇ ਮਿੱਠੇ ਨਹੀਂ ਹੋਣਾ, ਉਹਦਾ ਕੰਮ ਕੌੜਾ ਹੈ। ਜਿਵੇਂ ਅਸੀਂ ਕਰੇਲੇ ਦੀ ਜਾਂ ਨਿੰਮ ਦੀ ਗੱਲ ਕਰਦੇ ਹਾਂ, ਉਹ ਜੋ ਮਰਜ਼ੀ ਤੁਸੀਂ ਕਰ ਲਓ, ਉਹਨੂੰ ਭਾਵੇਂ ਖੰਡ 'ਚ ਵੀ ਤੁਸੀਂ ਡੋਬ ਦਿਓ, ਉਹਦੇ ਵਿੱਚੋਂ ਕੜਿੱਤਣ ਨਹੀਂ ਨਿਕਲਣੀ ਹੈ। ਨਾਲ ਕੁਸੰਗੀ ਸੰਗ ਨਾ ਕਰੀਏ, ਕੁੱਲ ਨੂੰ ਲਾਜ ਨਾ ਲਾਈਏ ਹੂ, ਤੁਮੇ ਮੂਲ ਤਰਬੂਜ਼ ਨਾ ਹੁੰਦੇ, ਤੋੜ ਮੱਕੇ ਲੈ ਜਾਈਏ ਹੂ। ਵਾਹ ਜੀ ਵਾਹ। ਕਾਂ ਦੇ ਬੱਚੇ ਹੰਸ ਨਾ ਥੀਂਦੇ, ਬਿਲਕੁਲ। ਪੈ ਮੋਤੀ ਚੋਗ ਚੁਗਾਈਏ ਹੂ। ਹੁਣ ਅਕਸਰ ਇਹ ਵੀ ਇੱਕ ਪੋਇਟਰੀ ਦੀ ਦੁਨੀਆ 'ਚ ਹੀ ਹੈ ਕਿ ਕਾਂ ਗੰਦ ਖਾਂਦਾ ਹੈ ਤੇ ਹੰਸ ਜਿਹੜਾ ਹੈ ਉਹ ਮੋਤੀ ਚੁਗਦਾ ਹੈ। ਉਹਨਾਂ ਨੇ ਕਿਹਾ ਵੀ ਤੁਸੀਂ ਜੇ ਕਾਂ ਦੇ ਬੱਚਿਆਂ ਨੂੰ ਮੋਤੀ ਵੀ ਚੁਗਾਣ ਦੇ ਉਹਨਾਂ ਨੇ ਹੰਸ ਨਹੀਂ ਬਣ ਜਾਣਾ। ਕਾਂ ਦੇ ਬੱਚੇ ਹੰਸ ਨਾ ਥੀਂਦੇ, ਪੈ ਮੋਤੀ ਚੋਗ ਚੁਗਾਈਏ ਹੂ, ਕੌੜੇ ਖੂਹ ਨਾ ਮਿੱਠੇ ਹੁੰਦੇ ਬਾਹੂ, ਸਹਿ ਮਣਾ ਖੰਡ ਪਾਈਏ ਹੂ। ਕਿ ਹੁਣ ਜਿਹੜਾ ਖੂਹਾਂ ਦਾ ਪਾਣੀ ਜਿਹੜਾ ਕੌੜਾ ਹੁੰਦਾ ਸੀ, ਖਾਰਾ ਹੁੰਦਾ ਸੀ, ਕਿ 100 ਮਣ ਸ਼ੱਕਰ ਵੀ ਪਾ ਦਿਓ ਉਹਦੇ ਉਹਨੇ ਮਿੱਠੇ ਨਹੀਂ ਹੋਣਾ। ਸੋ ਅਸੀਂ ਮੈਨੂੰ ਇਹ ਲੱਗਾ ਕਿ ਵੀ ਇਹ ਜਿਹੜਾ ਇੰਡੀਆ ਰੌਕ ਸਟੇਟ ਹੈ ਕਿ ਵੀ ਉਹ ਜੋ ਮਰਜ਼ੀ ਲੇਬਲ ਆ ਲੈਣ, ਕਿਉਂਕਿ ਇਹਨਾਂ ਦੀ ਔਕਾਤ, ਇਹਨਾਂ ਦੀ ਵਿਚਾਰਧਾਰਾ, ਇਹਨਾਂ ਦਾ ਸਭ ਕੁਝ ਜਿਹੜਾ ਉਹ ਨਫ਼ਰਤ ਦੇ ਉੱਤੇ, ਵੰਡ ਦੇ ਉੱਤੇ, ਇਨਸਾਨ ਦੀ ਇਨਸਾਨ ਨਾਲ ਨਾ ਬਰਾਬਰੀ ਦੇ ਉੱਤੇ ਖੜਾ ਹੈ। ਤੇ ਫਿਰ ਤੁਸੀਂ ਕਾਂ ਦੇ ਬੱਚਿਆਂ ਤੋਂ ਨੂੰ ਜਿਹੜਾ ਉਹ ਮੋਤੀ ਚੁਗਾ ਕੇ ਵੀ ਇਹ ਐਕਸਪੈਕਟ ਕਰੋ ਕਿ ਭਾਈ ਉਹਨਾਂ ਨੇ ਹੰਸ ਬਣਨਾ, ਨਹੀਂ। ਉਹ ਫਿਰ ਭਾਈ ਗੁਰਦਾਸ ਜੀ ਦੀਆਂ ਲਾਈਨਾਂ ਵੀ ਇਸ ਥਾਂ ਦੇ ਉੱਤੇ ਪੂਰੀਆਂ ਢੁਕਦੀਆਂ ਨੇ ਕਿ ਭਾਈ ਸੱਪੈ ਦੁੱਧ ਪਿਆਲੀ ਹੈ, ਵੀਹੋ ਮੂੰਹੋਂ ਸੁੱਟੈ, ਆਪਣ ਹੱਥੀਂ ਆਪਣੀ ਜੜ ਆਪ ਉਪਟੈ। ਕਿ ਵੀ ਸੱਪ ਨੂੰ ਤੁਸੀਂ ਦੁੱਧ ਵੀ ਪਿਆਓ, ਉਹਨੇ ਮੂੰਹ ਚੋਂ ਜ਼ਹਿਰ ਹੀ ਸੁੱਟਣਾ ਤੇ ਅਲਟੀਮੇਟਲੀ ਕੁੱਤਾ ਰਾਜ ਬਹਾਲੀ ਹੈ ਮੁੜ ਚੱਕੀ ਚੱਟੇ। ਕਿ ਵੀ ਇਹ ਕੁੱਤਿਆਂ ਨੂੰ ਜਿਹੜਾ ਉਹ 75 ਸਾਲ ਪਹਿਲਾਂ ਇਹਨਾਂ ਦੇ ਹੱਥ 'ਚ ਬਾਂਦਰਾਂ ਦੇ ਹੱਥ ਬਨਾਰਸ ਦੀਆਂ ਟੋਪੀਆਂ ਆ ਗਈਆਂ ਤੇ ਇਹਨਾਂ ਨੇ ਜਿਹੜਾ ਉਹ ਚੱਕੀ ਚੱਟਣੀ ਹੈ ਔਰ ਬਿਲਕੁਲ ਰੌਕ ਸਟੇਟ ਬਣ ਕੇ ਦੁਨੀਆ ਦੇ ਸਾਹਮਣੇ ਇਹ ਐਕਸਪੋਜ਼ ਹੋ ਰਿਹਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅੱਥਾ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84
ਸਟਾਰ ਟੀਵੀ ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਹੱਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।